हाँ जी, 1 नंबर वर्स तो आओ असी यहोवा ਲਈ ਜੈਕਾਰਾ ਗਜਾਈਏ ਅਤੇ ਆਪਣੀ ਮੁਕਤੀ ਚਟਾਨ ਲਈ ਨਾਰਾ ਮਾਰੀਏ। ਧੰਨਵਾਦ ਕਰਦੇ ਹਾਂ ਉਹਦੇ ਹਜ਼ੂਰ ਵਿੱਚ। माइक दो। ਆਓ ਅਸੀਂ ਯਹੋਵਾ ਦੀ ਜੈਕਾਰਾ ਗਜਾਈਏ ਅਤੇ ਆਪਣੀ ਮੁਕਤੀ ਦੀ ਚਟਾਨ ਲਈ ਨਾਰਾ ਮਾਰੀਏ। ਧੰਨਵਾਦ ਕਰਦੇ ਹਾਂ ਉਹਦੇ ਹਜ਼ੂਰ ਵਿੱਚ, ਉਹਦੇ ਲਈ ਭਜਨਾਂ ਦੇ ਨਾਰੇ ਮਾਰਦੇ ਚੱਲੀਏ। ਯਹੋਵਾ ਤਾਂ ਮਹਾਨ ਪਰਮੇਸ਼ਵਰ ਹੈ ਅਤੇ ਸਾਰੇ ਦੇਵਤੇ ਉਸ ਤੋਂ ਵੱਡਾ ਬਾਦਸ਼ਾਹ ਹੈ, ਜਿਹਦੇ ਹੱਥ ਵਿੱਚ ਧਰਤੀ ਦੇ ਥੱਲੇ ਹਨ, ਪਹਾੜਾਂ ਦੀਆਂ ਟੀਸੀਆਂ ਵੀ ਉਹਦੀਆਂ ਹਨ। ਸਮੁੰਦਰ ਉਹਦਾ ਹੈ ਅਤੇ ਉਹਨੇ ਉਸ ਨੂੰ ਬਣਾਇਆ ਅਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਸਾਜਿਆ। ਆਓ ਅਸੀਂ ਮੱਥਾ ਟੇਕੀਏ ਅਤੇ ਨਿਉ ਕਿ ਯਹੋਵਾ ਆਪਣੇ ਪਰਮੇਸ਼ਵਰ ਸਿਰਜਣਹਾਰ ਦੇ ਅੱਗੇ ਗੋਡੇ ਨਵਾਈਏ। ਉਹ ਤਾਂ ਸਾਡਾ ਪਰਮੇਸ਼ਵਰ ਹੈ, ਅਸੀਂ ਉਹਦੀ ਜੂਹ ਦੀ ਪ੍ਰਜਾ ਅਤੇ ਉਹਦੇ ਹੱਥ ਦੀਆਂ ਭੇਡਾਂ ਹਾਂ। ਕਾਸ਼ ਕਿ ਤੁਸੀਂ ਅੱਜ ਉਸ ਦੀ ਆਵਾਜ਼ ਸੁਣਦੇ। ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਮਰੀਬਾ ਦੇ ਮੱਸਾ ਦੇ ਵੇਲੇ ਉਜਾੜ ਵਿੱਚ ਕੀਤਾ, ਜਦ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਵਰਤਾਇਆ, ਮੇਰੀ ਜਾਂਚ ਕੀਤੀ ਅਤੇ ਮੇਰਾ ਕੰਮ ਵੇਖਿਆ। 40 ਵਰ੍ਹਿਆਂ ਤੀਕ ਮੈਂ ਉਸ ਪੀੜ੍ਹੀ ਦੇ ਉੱਤੋਂ ਘਿਣ ਕਰਦਾ ਰਿਹਾ। ਤਾਂ ਮੈਂ ਆਖਿਆ, ਭਾਈ ਇਹ ਤਾਂ ਫਿਰਕੂ ਮਨ ਦੇ ਲੋਕ ਹਨ, ਜਿਨ੍ਹਾਂ ਨੇ ਮੇਰਿਆਂ ਰਾਹਾਂ ਨੂੰ ਨਹੀਂ ਜਾਣਿਆ, ਜਿਨ੍ਹਾਂ ਲਈ ਮੈਂ ਆਪਣੇ ਕ੍ਰੋਧ ਵਿੱਚ ਸਹੁੰ ਖਾਧੀ ਕਿ ਇਹ ਮੇਰੇ ਆਰਾਮ ਵਿੱਚ ਨਾ ਵੜਨਗੇ। बस आमीन। ओके, कितनी वर्षे पढ़ी आप? 11। किन्ने को समझ लगी आज जबूर दी? जे मैं तुहानू आ पूछां कि जबूर 95 कहना की चाहता तो की कहोगे? की कहना चाहता? परमेश्वर की वडियाई करो। हाँ जी, अपने परमेश्वर की वडियाई करो। अपने परमेश्वर की वडियाई करो, धन्यवाद करना, शुकराना करना। धन्यवाद करो, शुकराना करो जिन्हें साम के रखा। और कुछ? हाँ जी, ਜਿਹੜੇ ਫਿਰਕੋਮੰਦ ਦੇ ਲੋਕ ਆ ਜੋ ਮੇਰੇ ਰਾਹਾਂ ਨੂੰ ਨਹੀਂ ਜਾਣਦੇ। ਹਾਂਜੀ, ਇਹ ਸੌਖਾ ਹੈ। ਮੈਂ ਤੁਹਾਨੂੰ ਪੁੱਛਦਾ ਜੇ ਤੁਸੀਂ ਮੀਨਿੰਗ ਦੱਸਣਾ ਮੈਨੂੰ ਤੇ ਕੀ ਕਹੋਗੇ? ਮੀਨਿੰਗ ਕੀ ਹੈਗਾ? ਪੂਰਾ ਜ਼ਬੂਰ ਕਾਹਦੇ 'ਤੇ ਹੈਗਾ? ਹਰ ਚੀਜ਼ ਨੂੰ ਉਹਨੇ ਬਣਾਇਆ, ਪਰਮੇਸ਼ਵਰ ਵੱਲੋਂ ਬਣੀ ਹੈ, ਕਿਸੇ ਤਰ੍ਹਾਂ ਦੀ ਵੀ ਹਰ ਗੱਲ 'ਚ ਹਰ ਕੰਮ 'ਚ ਸਿਰਜਣਹਾਰ ਦੀ ਮਦਦ ਕਰਦੀ ਹੈ। ਤੁਸੀਂ ਧਿਆਨ ਨਾਲ ਨੋਟ ਕੀਤੀ ਉਹ ਚੀਜ਼ਾਂ, ਧਿਆਨ ਜੇ ਤੇ ਵੇਖੋਗੇ। 1 ਨੰਬਰ ਵਰਸ ਕੀ ਕਹਿੰਦੀ ਪਈ? ਆਓ ਅਸੀਂ ਯਹੋਵਾ ਦੀ ਜੈਕਾਰਾ ਗਜਾਈਏ। ਸ਼ੁਰੂ ਉਹਨੇ ਕਿੱਥੋਂ ਕੀਤਾ? ਆਪਾਂ ਕੀ ਕਰੀਏ? ਜੈਕਾਰਾ ਗਜਾਈਏ। ਹੁਣੇ ਜਦੋਂ ਭਾਈ ਨੇ ਜ਼ਬੂਰ ਪੜ੍ਹੇ ਐਂਡ 'ਚ ਕੀ ਕੀਤਾ ਸੀ? ਜਦੋਂ ਜ਼ਬੂਰ ਪੜ੍ਹੇ ਫਿਰ ਕੀ ਕੀਤਾ ਸੀ ਇਹਨਾਂ ਨੇ? ਨਾਰਾ ਮਾਰਿਆ ਸੀ, ਹੈ ਨਾ। ਓਕੇ, ਠੀਕ ਹੈ। ਸੋ ਇਹ ਧਿਆਨ ਵੇਖੋ ਕਿ 1 ਨੰਬਰ ਵਰਸ ਸ਼ੁਰੂ ਹੁੰਦੀ ਆ, ਆਪਾਂ ਆਹ ਚੀਜ਼ਾਂ ਕਰੀਏ, ਠੀਕ ਹੈ। ਤੇ ਵੇਖੋਗੇ 1 ਨੰਬਰ ਵਰਸ ਬਹੁਤ ਵਧੀਆ, 2 ਨੰਬਰ ਵਰਸ ਬਹੁਤ ਵਧੀਆ, 3 4 5। ਹੁਣ ਜੋ ਤੁਸੀਂ ਜਾਓਗੇ ਵਰਸ ਨੰਬਰ 7 8 ਦੇ ਵਿੱਚ, ਹੁਣ ਕੀ ਕਹਿੰਦਾ? ਉਹ ਤਾਂ ਸਾਡਾ ਪਰਮੇਸ਼ਵਰ ਹੈ। 8 ਦੇ ਵਿੱਚ 8 'ਚ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਤੇ ਵੇਖਿਆ ਹੁਣ ਧਿਆਨ ਨਾਲ 7 ਨੰਬਰ ਵਰਸ ਦਾ ਕੀ ਚੱਲਦਾ ਪਿਆ? ਕਿਹਦੀ ਉਸਤਤ ਚੱਲਦੀ ਪਈ? ਪਰਮੇਸ਼ਵਰ ਦੀ। 8 'ਚ ਉਹਨੇ ਕੀ ਕਹਿਤਾ? ਇੱਦਾਂ ਨਾ ਕਰੋ। ਇੱਦਾਂ ਨਹੀਂ ਹੋ ਸਕਦਾ ਸੀ ਕਿ 7 ਨੰਬਰ ਵਰਸ 'ਚ ਪਰਮੇਸ਼ਵਰ ਚੱਲਦੀ ਪਈ, 8 9 10 11 ਉਹ ਵੀ ਕੰਪਲੀਟ ਕਰ ਦਿਓ, ਵਧੀਆ ਜੀ। ਪਰ ਉਹਨੇ ਕੀ ਕੀਤਾ? ਟੌਪਿਕ ਚੇਂਜ ਕਰਤਾ ਪੂਰਾ ਉੱਥੇ, ਠੀਕ ਹੈ। ਸੋ ਆਪਾਂ ਵੇਖਣਾ ਕਿ ਜ਼ਬੂਰ ਸਾਨੂੰ ਕਹਿਣਾ ਕੀ ਚਾਹੁੰਦਾ ਐਕਚੁਅਲ ਵਿੱਚ। ਜ਼ਬੂਰ ਦੀ ਸਟੱਡੀ ਕੀ ਹੈਗੀ, ਠੀਕ ਹੈ। ਉਹ ਕਹਿੰਦੇ ਜੇ ਤੇ ਬਾਈਬਲ ਸਟੱਡੀ ਕਰਨੀ ਨਾ ਤੇ ਇੱਕ ਤਰੀਕਾ ਹੈਗਾ, ਠੀਕ ਆ, ਤੁਸੀਂ ਬਾਈਬਲ ਪੜ੍ਹੀ ਜਾਓ ਸਟੱਡੀ ਕਰੀ ਜਾਓ। ਪਰ ਜੇ ਤੁਸੀਂ ਬਾਈਬਲ ਸਟੱਡੀ ਕਰਨੀ ਆ ਫਿਰ ਇੱਕ ਪਾਸੇ ਬਾਈਬਲ ਰੱਖੋ, ਦੂਜੇ ਪਾਸੇ ਜ਼ਬੂਰਾਂ ਦੀ ਪੁਸਤਕ ਰੱਖੋ, ਠੀਕ ਹੈ। ਹੁਣ ਦੇਖੋ ਯਾਰ, ਆਹ ਕਿੱਦਾਂ ਚੀਜ਼ ਹੈਗੀ, ਜ਼ਬੂਰਾਂ ਦੀ ਸਟੱਡੀ ਤੋਂ ਬਾਈਬਲ ਕਿੱਦਾਂ ਸਿੱਖੀਏ, ਠੀਕ ਹੈ। ਸੋ ਤੇ ਵੇਖੋ ਕਿ 95 ਜ਼ਬੂਰ ਇਸੇ ਚੀਜ਼ ਨੂੰ ਸਾਨੂੰ ਦੱਸਦਾ ਪਿਆ ਕਿ ਚੇਂਜ ਕਰਤਾ ਨੇ, ਬਿਲਕੁਲ ਇੱਕਦਮ ਟੌਪਿਕ ਚੇਂਜ ਕਰਤਾ ਉਹਨੇ, ਠੀਕ ਹੈ। ਓਕੇ, ਹੁਣ ਧਿਆਨ ਨਾਲ ਵੇਖੋ ਇਹ 'ਚ ਕੀ ਚੱਲਦਾ ਪਿਆ। ਵਰਸ ਨੰਬਰ ਸਭ ਤੋਂ ਪਹਿਲੀ ਚੀਜ਼ 1 ਦੇ ਵਿੱਚ ਫੇਰ ਜਦੋਂ ਆਪਾਂ ਪੜ੍ਹਿਆ ਤੇ ਲਿਖਿਆ ਕਿ ਕੀ ਕਰੀਏ? ਆਓ ਅਸੀਂ ਯਹੋਵਾ ਦੀ ਜੈਕਾਰਾ ਗਜਾਈਏ। ਜੈਕਾਰਾ ਗਜਾਈਏ। 1 ਮਿੰਟ ਹੁਣ ਧਿਆਨ ਦਿਓ। ਆਓ, ਉਹ ਕਹਿੰਦਾ ਕੀ ਕਰੀਏ? ਆਪਾਂ ਕੁਛ ਕਰੀਏ। ਓਕੇ, ਹੁਣ ਤੇ ਵੇਖੋ ਵਰਸ ਨੰਬਰ 6 ਦੇ ਵਿੱਚ ਉਹ ਕੀ ਕਹਿੰਦਾ? ਆਓ ਅਸੀਂ ਮੱਥਾ ਟੇਕੀਏ ਅਤੇ ਨਿਉ ਕਿ। ਹਾਂਜੀ, ਹੁਣ ਉਹ ਕੀ ਕਹਿੰਦਾ? ਪਹਿਲਾਂ ਉਹਨੇ ਕੀ ਕਿਹਾ? ਕੀ ਕਰੋ। ਹੁਣ ਇਹਨੇ ਕੀ ਕਿਹਾ? ਕੀ ਕਰੋ। ਹੁਣ ਇਹਨੇ 8 'ਚ ਕੀ ਕਿਹਾ? ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ। ਹੁਣ ਉਹ ਕੀ ਕਹਿੰਦਾ? ਹੁਣ ਕੀ ਸਮਝ ਲੱਗੀ? 3 ਚੀਜ਼ਾਂ ਤੋਂ ਤੁਹਾਨੂੰ ਕੀ ਸਮਝ ਲੱਗੀ? 1 'ਚ ਕਹਿੰਦਾ ਕੀ ਕਰੋ, ਦੂਜੇ 'ਚ ਕਹਿੰਦਾ ਕੀ ਕਰੋ, ਤੀਜੇ ਕਹਿੰਦਾ ਕੀ ਨਾ ਕਰੋ, ਆ ਨਾ ਕਰੋ। ਹੁਣ ਤੁਹਾਨੂੰ ਸਮਝ ਲੱਗੀ ਚੀਜ਼ ਦੀ? ਉਹਦਾ ਟੌਪਿਕ ਕੁਛ ਡਿਫਰੈਂਟ ਹੈਗਾ, ਠੀਕ ਹੈ। ਉਹ ਕਹਿੰਦੇ ਜੇ ਤੁਸੀਂ ਜ਼ਬੂਰ ਸਟੱਡੀ ਕਰਨਾ ਨਾ ਧਿਆਨ ਨਾਲ, ਤੇ ਵੇਖੋ ਕਿ ਜ਼ਬੂਰ ਨੂੰ ਤੁਸੀਂ ਨਾ ਮਤਲਬ ਜੇ ਤੁਸੀਂ ਸਟੱਡੀ ਕਰਨੀ ਤੇ ਜ਼ਬੂਰਾਂ ਨੂੰ ਵੰਡ ਦਿਓ, ਇੱਕ ਚੈਪਟਰ ਨੂੰ ਵੱਖ-ਵੱਖ ਵਰਸੀ 'ਚ ਵੰਡ ਦਿਓ, ਠੀਕ ਹੈ। ਤੇ ਆਹ ਵੇਖੋ ਕਿ ਕਿਹੜਾ ਟੌਪਿਕ ਵੱਖਰਾ ਵਾ, ਕਿਹੜਾ ਟੌਪਿਕ ਵੱਖਰਾ ਵਾ। ਜਿਹੜਾ ਟੌਪਿਕ ਵੱਖਰਾ ਸ਼ੁਰੂ ਹੁੰਦਾ ਉਹਨੂੰ ਵੱਖਰਾ ਕਰ ਦਿਓ, ਦੂਜੇ ਨੂੰ ਵੱਖਰਾ ਕਰ ਦਿਓ। ਫਿਰ ਦੋਨਾਂ ਦੀ ਇੱਕ ਹੈਡਿੰਗ ਦਿਓ ਤੇ ਦੋਨਾਂ ਦਾ ਮਤਲਬ ਕੱਢਣ ਦੀ ਕੋਸ਼ਿਸ਼ ਕਰੋ, ਠੀਕ ਹੈ। ਸਿੰਪਲ ਚੀਜ਼ ਸਟੱਡੀ ਕਰਨ ਦੀ। ਸੋ ਇੱਥੇ ਤੇ ਵੇਖੋਗੇ ਕਿ ਆਪਾਂ ਵੇਖਿਆ ਕਿ 11 ਵਰਸੀ ਦੇ ਵਿੱਚ ਕਿਹੜਾ ਟੌਪਿਕ ਵੱਖਰਾ ਹੈਗਾ, 1 ਵਰਸ ਤੋਂ ਲੈ ਕੇ ਕਿੱਥੋਂ ਤੱਕ? 7 ਤੱਕ, ਜਿੱਥੇ ਉਹ ਕਹਿੰਦਾ ਆਹ ਚੀਜ਼ ਕਰੋ। 8 'ਚ ਹੁਣ ਕੀ ਸ਼ੁਰੂ ਕਰਦਾ ਵਾ? ਨਾ ਕਰੋ।
ਠੀਕ ਹੈ। ਇਹਦਾ ਮਤਲਬ ਕੀ ਆ ਕਿ 8 ਤੋਂ 11 ਵੱਖਰਾ ਟੌਪਿਕ ਆ ਤੇ 1 ਤੋਂ 7 ਵੱਖਰਾ ਟੌਪਿਕ ਹੈਗਾ। ਓਕੇ, ਤੇ ਧਿਆਨ ਨਾਲ ਨੋਟ ਕੀਤਾ 1 ਨੰਬਰ ਵਰਸ ਵਿੱਚ ਕੀ ਕਹਿੰਦਾ ਸੀ ਉਹ। ਫਿਰ ਮੈਂ ਫਿਰ ਇੱਕ ਤੇ ਆ ਗਿਆ ਉੱਥੇ। ਆਓ ਅਸੀਂ ਯਹੋਵਾ ਦੇ ਜਕਾਰਾ ਗਜਾਈਏ। ਜਕਾਰਾ ਗਜਾਈਏ, ਠੀਕ ਹੈ। ਹਿੰਦੀ ਚ ਕੀ ਲਿਖਿਆ? ਹਿੰਦੀ ਚ आओ हम यहोवा के लिए ऊंचे स्वर से गाएं। ਹੁਣ 95 ਦੀ ਪੜਿਆ ਹਨਾ। 96 ਵਿੱਚ ਕੀ ਲਿਖਿਆ? ਇੱਕ ਦੇ ਵਿੱਚ ਯਹੋਵਾ ਦੇ ਇੱਕ ਨਵਾਂ ਗੀਤ ਗਾਓ। ਉਹ ਵੀ ਕੀ ਕਹਿੰਦਾ ਵਾ? ਗੀਤ ਗਾਓ, ਠੀਕ ਹੈ। 95 ਵੀ ਉਹੀ ਕਹਿੰਦਾ ਗੀਤ ਗਾਓ ਤੇ 96 ਵੀ ਉਹੀ ਕਹਿੰਦਾ ਗੀਤ ਗਾਓ। 97 98 99 ਜੋ ਤੇ 100 ਵੀ ਪੜਿਆ ਉਹ ਵੀ ਇਹੀ ਕਹਿੰਦਾ ਪਿਆ ਸੀ ਜੈ ਜੈਕਾਰ ਕਰੋ ਗੀਤ ਗਾਓ। ਇਵੇਂ ਜੇ ਤੇ ਅੱਗੇ ਚਲੋਗੇ ਤੇ ਵੇਖੋਗੇ 101 ਚ ਵੀ ਉਹੀ ਕਹਿੰਦਾ ਗੀਤ ਗਾਓ। ਮੈਂ ਦਇਆ ਅਤੇ ਨਿਆਂ ਗਾਵਾਂਗਾ। ਹਾਂਜੀ, हे यहोवा मैं तेरे लिए भजन गावांगा। ਤੇ ਵੇਖਿਆ ਸਾਰਾ ਟੌਪਿਕ ਕਿੱਦਾਂ ਚੱਲਦਾ ਪਿਆ। ਸਾਰੀ ਚੀਜ਼ਾਂ ਕੀ ਚੱਲਦੀਆਂ ਪਈਆਂ 1 ਨੰਬਰ ਵਰਸ ਵਿੱਚ? ਭਜਨ ਗਾਣ ਪਿੱਛੇ, ਗਾਣਾ ਗਾਣ ਪਿੱਛੇ, ਠੀਕ ਹੈ। ਓਕੇ, ਹੁਣ ਦੂਸਰੀ ਚੀਜ਼ 1 ਨੰਬਰ ਵਰਸ ਨੂੰ ਆ ਸਮਝ ਲੱਗ ਗਈ ਕਿ ਟੌਪਿਕ ਜਿਹੜਾ ਹੈਗਾ 1 ਤੋਂ 7 ਤੱਕ ਵੱਖਰਾ ਵਾ ਤੇ 8 ਤੋਂ 11 ਤੱਕ ਵੱਖਰਾ ਵਾ। ਓਕੇ, ਹੁਣ ਉਹਨੇ ਕੀ ਕਿਹਾ ਸੀ? ਇੱਕ ਦੇ ਵਿੱਚ ਆਪਾਂ ਗੀਤ ਗਾਈਏ, ਹੋਰ ਕੀ ਕਰੀਏ? ਅੱਗੇ ਉਹਨੇ ਕੀ ਕਿਹਾ ਸੀ? ਹੋਰ ਕੀ ਕਰੀਏ? ਆਪਣੀ ਮੁਕਤ ਦੀ ਚਟਾਨ ਦੇ ਨਾਰਾ ਮਾਰੀਏ। ਉਹਨੇ ਕੀ ਕਿਹਾ ਕਿ ਆਪਾਂ ਆਪਣੇ ਮੁਕਟ ਸਾਨੂੰ ਸ਼ਿਫਾ ਮਿਲਦੀ ਉਸ ਲਈ ਜਕਾਰਾ ਕਰੀਏ। ਮੁਕਤ ਦੀ ਚਟਾਨ ਲਈ ਜਕਾਰਾ ਜਾਈਏ। ਹੁਣ ਨਾਰਾ ਮਾਰੀਏ। ਇੱਕ ਮਿੰਟ, ਹੁਣ ਦੀ ਸੋਚੋ ਚਟਾਨ ਕਿਹਨੂੰ ਕਿਹਾ ਗਿਆ ਵਾਲਾ? ਪਰਮੇਸ਼ਵਰ ਨੂੰ। ਹੁਣ ਦੀ ਸੋਚੋ ਚਟਾਨ ਕਿਉਂ ਕਿਹਾ ਗਿਆ ਪਰਮੇਸ਼ਵਰ ਨੂੰ? ਚਟਾਨ ਕਿਉਂ? ਸ਼ਕਤੀਸ਼ਾਲੀ ਤੇ ਵੱਡੀ ਚੀਜ਼ ਹੈ। ਇੱਕ ਸ਼ਕਤੀਸ਼ਾਲੀ ਵੱਡੀ ਚੀਜ਼। ਹੋਰ ਚਟਾਨ 'ਚ ਕੀ ਹੁੰਦੀ? ਮਤਲਬ ਕਿ ਕੁਆਲਿਟੀ ਤਾਕਤਵਰ ਕਹਿ ਸਕਦੇ। ਤਾਕਤਵਰ ਹੁੰਦੀ, ਪਰ ਉਹਦੇ ਵਿੱਚ ਆਪਣੀ ਤਾਕਤ ਕੋਈ ਹੁੰਦੀ ਨਹੀਂ ਉਸ ਤਰੀਕੇ ਨਾਲ, ਮਤਲਬ ਨੌਨ ਲਿਵਿੰਗ ਹੈਗਾ। ਆਪਾਂ ਚਟਾਨ ਤੇ ਮਜ਼ਬੂਤ ਚੀਜ਼, ਮਜ਼ਬੂਤ ਕਹਿ ਸਕਦੇ। ਚਟਾਨ ਦੀ ਸਭ ਤੋਂ ਖਾਸ ਕੁਆਲਿਟੀ ਹੈਗੀ, ਸਭ ਤੋਂ ਖਾਸ ਕੁਆਲਿਟੀ ਮਜ਼ਬੂਤ ਕਹਿ ਸਕਦੇ। ਮਜ਼ਬੂਤ, ਸਟਿਲ ਔਰ ਮਜ਼ਬੂਤ। ਸਟਿਲ, ਸਟੇਬਲ, ਠੀਕ ਹੈ। ਚਟਾਨ ਦਾ ਮੇਨ ਕੀ ਹੈਗਾ ਵਾ? ਸਟੇਬਲ ਹੈਗੀ ਹਮੇਸ਼ਾ। ਯਿਸੂ ਮਸੀਹ ਨੇ ਪਤਰਸ ਨੂੰ ਕੀ ਕਿਹਾ ਸੀ? ਮੈਂ ਤੈਨੂੰ ਕਿਹਦੇ ਵਾਂਗੂ ਬਣਾਉਂਗਾ? ਚਟਾਨ ਵਾਂਗੂ ਬਣਾਉਂਗਾ ਤੇ ਇਹਦੇ ਉੱਪਰ ਕੀ ਬਣਾਉਂਗਾ? ਕਲੀਸਿਆ ਬਣਾਉਂਗਾ। ਕਿਉਂ? ਜਦੋਂ ਚਟਾਨ ਦੀ ਹੋਊਗੀ ਨਹੀਂ ਫਿਰ ਕੀ ਹੋਊਗਾ? ਮਜ਼ਬੂਤੀ ਰਹੂਗੀ, ਠੀਕ ਹੈ। ਸੋ ਇੱਥੇ ਉਹ ਕਹਿੰਦੇ ਆ ਕਿ ਪਰਮੇਸ਼ਰ ਸਾਡੇ ਸੇ ਕੀ ਆ? ਚਟਾਨ ਹੈਗਾ। ਓਕੇ, ਹੁਣ ਦੂਸਰੀ ਚੀਜ਼ ਤੁਸੀਂ ਵੇਖੋਗੇ ਜੋ ਤੁਸੀਂ ਚਟਾਨ ਦੀ ਗੱਲ ਕਰਦੇ ਹੋ ਤੁਹਾਨੂੰ ਬਾਈਬਲ 'ਚ ਕਿਤੇ ਯਾਦ ਆਉਂਦੀ ਪਹਿਲੀ 5 ਪੁਸਤਕਾਂ ਕਿਤੇ ਚਟਾਨ ਹੋਵੇ, ਜਿੱਥੇ ਚਟਾਨ ਹੀ ਹੋਵੇ ਸੇਮ, ਕਿਉਂਕਿ ਜ਼ਬੂਰ 95 ਉੱਥੇ ਹੀ ਗੱਲ ਕਰਦਾ ਪਿਆ ਚਟਾਨ ਤੋਂ। ਸਿਓ, ਹਾਂਜੀ, ਸਿਓਨ ਦੇ ਪਹਾੜ ਵਾਂਗੂ ਮਜ਼ਬੂਤ। ਕਿਤੇ ਯਾਦ ਕਰੋ ਚਟਾਨ ਕਿਤੇ ਹੋਵੇ। ਬੜੀ ਸੌਖੀਆਂ ਸਟੋਰੀਆਂ ਹੈਗੀਆਂ ਕਿੰਨੀਆਂ। ਉਜਾੜ 'ਚ ਜਾਂਦੇ ਸੀ, ਫਿਰ ਚਟਾਨ ਤੇ ਕੀ ਕੀਤਾ? ਡੰਡਾ ਮਾਰਿਆ। ਹੁਣ ਇੱਕ ਮਿੰਟ ਮੈਨੂੰ ਸਟੋਰੀ ਦੱਸਿਆ, ਆਪਾਂ ਉੱਥੇ ਵਾਪਸ ਚੱਲਦੇ ਹਾਂ। ਉੱਥੇ ਬੜੀ ਮਤਲਬ ਕਿ ਚੀਜ਼ ਦੱਸੀ ਕੀ ਹੋਇਆ ਉੱਥੇ? ਪਾਣੀ ਖਤਮ ਹੋ ਗਿਆ, ਫਿਰ ਕੀ ਹੋਇਆ? ਲੋਕੀ ਬੋਲਣ ਲੱਗ ਪਏ, ਹਾਂ ਇੱਥੇ ਸਾਨੂੰ ਮਾਰਨ ਲੈ ਆਇਆ। 10 ਵਜੇ ਸਾਨੂੰ ਚਰਚ ਬੁਲਾ ਲਿਆ, ਇੱਥੇ ਤਾਂ ਕੁਛ ਹੋਇਆ ਨਹੀਂ ਆ। ਉਹਨਾਂ ਨੇ ਕਿਹਾ ਉਹਦੇ ਚਟਾਨ ਦੇ ਉੱਪਰ, ਹਾਂਜੀ, ਜੋ ਤੇ ਚਟਾਨ ਉੱਪਰ ਲਾਠੀ ਮਾਰੇਗਾ ਫਿਰ ਕੀ ਹੋਊਗਾ? ਫਿਰ ਕੀ ਹੋਇਆ ਉਸ ਤੋਂ ਬਾਅਦ ਚੋਂ? ਪਰ ਦੀ ਧਿਆਨ ਨਾਲ ਮੈਂ ਸਟੋਰੀ ਨਹੀਂ ਦੱਸੀ ਤੇ ਵਿੱਚ ਕਿੰਨਾ ਕੁ ਛੱਡ ਗਏ। ਉੱਥੇ ਉਹ ਵਾਪਸ ਉੱਥੇ ਹੋਇਆ ਕਿ 17 ਦੇ ਵਿੱਚ ਕੂਚ ਦੀ ਪੁਸਤਕ 'ਚ। ਸਤਾਰਾਂ ਦੇ ਵਰਸ ਨੰਬਰ 2 ਤੋਂ। ਤਾਂ ਪ੍ਰਜਾ ਮੂਸਾ ਨੂੰ ਪੁੱਤਰਨ ਲੱਗੀ। ਹਾਂਜੀ, ਔਰ ਆਖਿਆ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ ਤੁਸੀਂ ਮੈਨੂੰ ਕਿਉਂ ਢੂੰਡਦੇ ਹੋ ਅਤੇ ਯਹੋਵਾ ਨੂੰ ਕਿਉਂ ਬਤਾਉਂਦੇ ਹੋ? ਉੱਥੇ ਪ੍ਰਜਾ ਪਾਣੀ ਦੀ ਧਿਆਈ ਸੀ ਅਤੇ ਮੂਸਾ ਨਾਲ ਇਹ ਆਖ ਕੇ ਪੁੱਛਦੀ ਸੀ ਭਾਈ ਇਹ ਕੀ ਹੈ ਜੋ ਤੂੰ ਸਾਨੂੰ ਮਿਸਰ ਤੋਂ ਲਿਆਇਆ ਹੈ? ਇਹ ਸਾਨੂੰ ਔਰ ਸਾਡੇ ਪੁੱਤਰਾਂ ਔਰ ਸਾਡੇ ਵਗ ਨੂੰ ਕਿਤੇ ਧਿਆਇਆ ਮਾਰੇਗਾ? ਹਾਂਜੀ। ਤਾਂ ਮੂਸਾ ਨੇ ਯਹੋਵਾ ਨੂੰ ਚੀਖੀ ਪੁਕਾਰ ਕੇ ਆਖਿਆ ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ? ਇਹ ਤਾਂ ਮੈਨੂੰ ਥੋੜੇ ਚਿਰਾਂ ਦੀ ਵੱਟੇ ਮਾਰਨਗੇ। ਹਾਂਜੀ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ ਪ੍ਰਜਾ ਦੇ ਅਕੇਰ ਦੀ ਲੰਘ ਔਰ ਆਪਣੇ ਸੰਗ ਇਜ਼ਰਾਈਲ ਦੇ ਬਜ਼ੁਰਗਾਂ ਵਿੱਚੋਂ ਲੈ ਕੇ ਆਪਣੇ ਢਾਂਗੇ ਨੂੰ ਜਿਹੜਾ ਤੈਂ ਦਰਿਆ ਵਿੱਚ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਔਰ ਚੱਲ ਦੇ। ਵੇਖ ਮੈਂ ਤੇਰੇ ਅੱਗੇ ਹੋ ਰੇਤ ਦੀ ਚਟਾਨ ਉੱਤੇ ਖੜਾ ਹੋਵਾਂਗਾ ਔਰ ਤੂੰ ਚਟਾਨ ਨੂੰ ਮਾਰੀ ਤਾਂ ਉਸ ਵਿੱਚੋਂ ਪਾਣੀ ਨਿਕਲੇਗਾ ਤਾਂ ਜੋ ਪ੍ਰਜਾ ਪੀਵੇ। ਤਾਂ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਦੇ ਸਾਹਮਣੇ ਕਿਵੇਂ ਕੀਤਾ ਔਰ ਉਸਨੇ ਉਸ ਥਾਂ ਦਾ ਨਾਮ ਹਸਾ ਔਰ ਮਰੀਬਾ ਇਜ਼ਰਾਈਲ ਦੇ ਪੁੱਤਰਾਂ ਦੇ ਕਾਰਨ ਔਰ ਯਹੋਵਾ ਦੇ ਪ੍ਰਤਾਵੇ ਦੇ ਕਾਰਨ ਇਹ ਆਖਦੇ ਹੋਏ ਰੱਖਿਆ ਭਾਈ ਯਹੋਵਾ ਸਾਡੇ ਵਿਚਕਾਰ ਹੈ ਕਿ ਨਹੀਂ। ਉਹਨਾਂ ਨੇ ਕੀ ਨਾਮ ਰੱਖਿਆ ਉਸ ਜਗ੍ਹਾ ਦਾ? ਮਰੀਬਾ ਤੇ ਮੱਸਾ ਤੇ ਮਰੀਬਾ।
ਤੁਸੀਂ ਕਿੱਥੇ ਪੜਿਆ ਹੁਣੇ ਮੱਸਾ ਤੇ ਮਰੀਬਾ 95 ਚ ਹੁਣ ਤੈਨੂੰ ਸਮਝ ਲੱਗੀ ਸਟੋਰੀ 95 ਜ਼ਬੂਰ ਕਿੱਥੋਂ ਆਉਂਦਾ ਪਿਆ ਸਾਰੀ ਕਿਹੜੀ ਸਟੋਰੀ ਚ ਆਉਂਦਾ ਪਿਆ ਵਾ ਉਹੀ ਚਟਾਨ ਵਾਲੀ ਸਟੋਰੀ ਉਹੀ ਮੱਸਾ ਤੇ ਮਰੀਬਾ ਠੀਕ ਹੈ ਇਦਾਂ ਨਹੀਂ ਕਿ ਉਹਨੇ ਇਦਾਂ ਹੀ ਲਿਖ ਕੇ ਗੱਲਾਂ ਕਹਿਤੀਆਂ ਕਿ ਹਾਂ ਆਪਾਂ ਇਦਾਂ ਕਰਿਓ ਠੀਕ ਹੈ ਜਦੋਂ ਰਾਈਟਰ ਜਿਹੜਾ ਭਜਨ ਸੰਹਿਤਾ ਦਾ ਜਿਹੜਾ ਲੇਖਕ ਹੈਗਾ ਜਦੋਂ ਲਿਖਦਾ ਪਿਆ ਉਹ ਕਿਸੇ ਸਟੋਰੀ 'ਚ ਸੋਚ 'ਚ ਗਿਆ ਉੱਥੋਂ ਪੜ੍ਹ ਕੇ ਕੋਈ ਚੀਜ਼ ਲਿਖਦਾ ਪਿਆ ਉਹ ਠੀਕ ਹੈ ਹੁਣ ਦੀ ਸਟੋਰੀ ਪੜ੍ਹ ਲਈ ਹੁਣ ਜਦੋਂ ਮੈਂ ਤੁਹਾਨੂੰ ਸਟੋਰੀ ਪੁੱਛੀ ਚਟਾਨ ਵਾਲੀ ਤੇ ਤੁਸੀਂ ਕੁਝ ਜਵਾਬ ਦਿੱਤਾ ਤੇ ਹੁਣ ਆਪਾਂ ਪੜ੍ਹੀ ਤੇ ਹੁਣ ਆਪਾਂ ਧਿਆਨ ਨਾਲ ਪੜ੍ਹਿਆ ਹੁਣ ਤੁਹਾਨੂੰ ਦੋਨਾਂ ਡਿਫਰੈਂਸ ਕੀ ਲੱਗਾ ਕੀ ਹੋਇਆ ਹੁਣ ਦੱਸੋ ਕੀ ਹੋਇਆ ਉੱਥੇ ਲੋਕਾਂ ਕੋਲ ਪਾਣੀ ਨਹੀਂ ਸੀ ਫਿਰ ਕੀ ਹੋਇਆ ਲੋਕੀ ਬੁੜਬੁੜ ਕਰ ਲੱਪੇ ਹਾਂਜੀ ਅੱਗੇ ਅਸੀਂ ਪਾਸਟੀ ਦਾ ਸਵਾਗਤ ਕਰਦੇ ਹਾਂ ਜਮਸ਼ੇਦ ਪਾਸਟੀ ਹਾਂਜੀ ਹੁਣ ਕੀ ਹੋਇਆ ਹਾਂਜੀ ਪਾਣੀ ਨਹੀਂ ਹੈਗਾ ਫਿਰ ਹੁਣ ਕੀ ਕੀਤਾ ਉਹਨਾਂ ਨੇ मूसा के खिलाफ बोलन लग पे परमेश्वर ने की क्या मूसा नूं थोड़े बजुर्गों ने लाया जे ती ध्यान पढ़ोगे उन्होंने लिखा कि वर्ष नंबर ते वेखोगे ध्यान नाल 5 दे विच फिर यहोवा ने मूसा नूं आख्या प्रजा दे अग्गों दी लंघ एक मिनट आ क्यों करना आ चीज़ की करने की लोड़ हैगी प्रजा दे अग्गों लंघ ये क्यों दूजी चीज़ अगे पढ़ो प्रजा दे अगों दी लंघ हाँ जी और अपने संग इजराइल दे बुजुर्गां विचों लै के हाँ जी अपने ढांगे नूं ਜਿਹੜਾ ਤੈਨ ਦਰਿਆ ਵਿੱਚ ਮਾਰਿਆ ਸੀ एक मिनट ਹੁਣ ਆ ਕਹਿਣ ਦੀ ਲੋੜ ਕੀ ਆ ਕਿ ਆਪਣੇ ਢਾਂਗੇ ਨੂੰ ਜਿਹੜਾ ਕਿੱਥੇ ਮਾਰਿਆ ਸੀ ਕਿਹੜੇ ਦਰਿਆ ਤੇ ਧਿਆਨ ਨਾਲ ਪੜੋ ਹਿੰਦੀ 'ਚ ਕੀ ਲਿਖਿਆ ਕਿਹੜੇ ਦਰਿਆ ਤੇ ਨੀਲ ਨਦੀ ਤੇ ਲਾਲ ਸਮੁੰਦਰ ਨਹੀਂ ਕਿਹੜਾ ਦਰਿਆ ਨੀਲ ਨਦੀ ਜੇ ਤੁਸੀਂ ਉੱਥੇ ਹੈਗੇ ਹੋ ਤੁਹਾਨੂੰ ਪਤਾ ਕਿ ਇਸ ਤੋਂ ਪਹਿਲਾਂ ਕਿਹੜੇ ਦਰਿਆ ਦੀ ਸਟੋਰੀ ਹੈ ਇਸ ਤੋਂ ਪਹਿਲਾਂ ਆਹ ਸਟੋਰੀ ਪਹਿਲਾਂ ਕਿਹੜਾ ਦਰਿਆ ਚੱਲਦਾ ਪਿਆ ਸੀ ਲਾਲ ਸਮੁੰਦਰ ਵਾਲਾ ਹਨਾ ਤੁਹਾਡੇ ਮਨ 'ਚ ਕੀ ਹੋਊਗਾ ਕਿਹੜੀ ਸੋਟੀ ਫੜਨੀ ਚਾਹੀਦੀ ਲਾਲ ਸਮੁੰਦਰ ਵਿੱਚ ਪਰ ਪਰਮੇਸ਼ਰ ਨੇ ਕੀ ਕਿਹਾ ਕਿਹੜੀ ਸੋਟੀ ਫੜ ਜਿਹੜੀ ਤੂੰ ਕਿੱਥੇ ਮਾਰੀ ਸੀ ਨੀਲ ਨਦੀ ਤੇ ਇਹ ਕਿਉਂ ਹੁਣ ਕਹਿੰਦੇ ਪਏ ਨੀਲ ਨਦੀ ਦੇ ਉੱਪਰ ਕਿਉਂਕਿ ਆ ਤੇ ਕਿੰਨੀ ਪਿੱਛੇ ਰਹਿ ਗਿਆ ਮਿਸਰ ਦੇ ਵਿੱਚ ਠੀਕ ਹੈ ਦੂਸਰੀ ਅੱਗੇ ਪੜੋ ਹੋਰ ਤੀਸਰੀ ਚੀਜ਼ 6 ਨੰਬਰ ਵਰਸ ਵੇਖ ਮੈਂ ਤੇਰੇ ਅੱਗੇ ਹੋਰੇਬ ਦੀ ਚਟਾਨ ਉੱਤੇ ਖੜਾ ਹੋਵਾਂਗਾ ਹਾਂਜੀ ਹੁਣ ਪਰਮੇਸ਼ਰ ਨੇ ਕੀ ਕਿਹਾ ਕਿ ਚਟਾਨ ਨੂੰ ਤਾਂ ਸੋਟੀ ਮਾਰਨੀ ਆ ਪਰ ਮੈਂ ਕਿੱਥੇ ਖੜਾ ਹੋਊਂਗਾ ਹੋਰੇਬ ਦੀ ਚਟਾਨ ਦੇ ਉੱਪਰ ਹੁਣ ਦੀ ਧਿਆਨ ਨਾਲ ਸੋਚੋ ਇਮੇਜਿਨ ਕਰੋ ਤੁਸੀਂ ਉੱਥੇ ਪਹੁੰਚ ਗਏ ਤੇ ਚਟਾਨ ਨੂੰ ਸੋਟੀ ਵੱਜਣੀ ਆ ਪਰਮੇਸ਼ਰ ਕਿੱਥੇ ਆ ਚਟਾਨ ਦੇ ਹੁਣ ਤੁਹਾਨੂੰ ਡਰ ਕੀ ਹੋਊਗਾ ਮੂਸਾ ਕੀ ਨਾ ਕਰੇ ਕਿਹਨੂੰ ਨੇ ਸੋਟੀ ਮਾਰੀ ਪਰਮੇਸ਼ਰ ਨੂੰ ਕਿਉਂਕਿ ਸੋਟੀ ਕਿਹਨੂੰ ਵੱਜਣੀ ਤੇ ਮੂਸਾ ਦੀ ਗਲਤ ਹੋ ਗਿਆ ਤੇ ਸੋਟੀ ਕਿਹਨੂੰ ਵੱਜਣੀ ਪਰਮੇਸ਼ਰ ਹੁਣ ਪਰਮੇਸ਼ਰ ਇਹ ਕਿਉਂ ਕਹਿੰਦੇ ਪਏ ਆ ਕਿ ਮੈਂ ਉੱਥੇ ਖਲੋਤਾ ਰਹੂੰਗਾ ਲਾਲ ਸਮੁੰਦਰ ਪਾਟ ਹੈ ਪਰਮੇਸ਼ਰ ਨੇ ਕਿਹਾ ਸੀ ਮੈਂ ਉੱਥੇ ਹੋਊਂਗਾ ਉਸ ਤੋਂ ਪਹਿਲਾਂ ਵਿਪਤੀ ਆਈਆਂ ਕਿ ਪਰਮੇਸ਼ਰ ਨੇ ਕਿਹਾ ਕਿ ਨੀਲ ਨਦੀ ਉੱਪਰ ਜਾ ਮੈਂ ਉੱਥੇ ਹੋਊਂਗਾ ਡੱਡੂ ਕੱਢਣੇ ਆ ਮੈਂ ਉੱਥੇ ਹੋਊਂਗਾ ਟਿੱਡੀਆਂ ਆਣਗੇ ਮੈਂ ਉੱਥੇ ਹੋਊਂਗਾ ਨਹੀਂ ਕਿਹਾ ਇੱਥੇ ਕਿਉਂ ਕਿਹਾ ਕਿ ਮੈਂ ਉੱਥੇ ਹੋਊਂਗਾ ਠੀਕ ਹੈ ਇੱਕ ਚੀਜ਼ ਆ ਓਕੇ ਅਗਲੀ ਵਰਸ ਪੜੋ ਹੋਰ हाँ जी और उसने उस थां दा नाम मसा मरीबा इजराइल दे उलटन दे कारण और यहोवा दे परतावे दे कारण ਇਹ ਆਖਦੇ ਹੋਏ ਰੱਖਿਆ ਭਾਈ ਯਹੋਵਾ ਸਾਡੇ ਵਿਚਕਾਰ ਹੈ ਕਿ ਨਹੀਂ ਇੱਕ ਮਿੰਟ ਪ੍ਰੋਬਲਮ ਕੀ ਹੈਗੀ ਸੀ ਉੱਪਰ ਆਪਾਂ ਹੁਣੇ ਪੜੀ ਪ੍ਰੋਬਲਮ ਕੀ ਸੀ ਵੱਡੀ ਲੋਕੀ ਕਿਉਂ ਬੋਲਦੇ ਪਏ ਸੀ ਪਾਣੀ ਵਾਸਤੇ ਮੂਸਾ ਕੀ ਕਹਿੰਦਾ ਪਿਆ ਲੋਕੀ ਕਿਉਂ ਬੋਲਦੇ ਪਏ ਨਾ ਮੂਸਾ ਨੇ ਕੀ ਕਿਹਾ ਲੋਕਾਂ ਨੇ ਕੀ ਕਹਿ ਕੇ ਪ੍ਰੀਖਿਆ ਕੀਤੀ ਕਿ ਪਰਮੇਸ਼ਵਰ ਸਾਡੇ ਵਿੱਚ ਹੈਗਾ ਕਿ ਨਹੀਂ ਕਹਿਣਾ ਕੀ ਚਾਹੀਦਾ ਸੀ ਕਿ ਲੋਕਾਂ ਨੇ ਕੀ ਪ੍ਰੀਖਿਆ ਕੀਤੀ ਆ ਕਿ ਪਾਣੀ ਨਹੀਂ ਦੇ ਸਕਦਾ ਪਰਮੇਸ਼ਵਰ ਪਰ ਉਹ ਕਹਿੰਦਾ ਕੀ ਪਿਆ ਵਾ ਉਹ ਕਹਿੰਦਾ ਲੋਕਾਂ ਨੇ ਕਿਹਾ ਕਿ ਪਰਮੇਸ਼ਵਰ ਸਾਡੇ ਵਿੱਚ ਹੈਗਾ ਕਿ ਨਹੀਂ ਠੀਕ ਹੈ ਸੋ ਆਪਾਂ ਕੁਝ ਸਵਾਲਾਂ ਤੇ ਆਪਾਂ ਡਿਸਕਸ ਅੱਜ ਕਰਾਂਗੇ ਕੁਝ ਦੇਖ ਲਈ ਕਰਾਂਗੇ ਵਿਵਸਥਾ ਸਰ 32 ਦੀ 4 ਉਸ ਚਟਾਨ ਹੈ ਉਹਦੀ ਕਰਨੀ ਪੂਰੀ ਹੈ ਹਾਂਜੀ ਕਿਉਂ ਜੋ ਉਸ ਦੇ ਸਾਰੇ ਮਾਰਗ ਲਿਆਉਂਦੇ ਹਨ ਹਾਂਜੀ ਉਸ ਸੱਚਾਈ ਦਾ ਪਰਮੇਸ਼ਵਰ ਹੈ ਹਾਂਜੀ ਉਸ ਵਿੱਚ ਬੁਰਾਈ ਹੈ ਨਹੀਂ ਉਹ ਧਰਮੀ ਅਤੇ ਸੱਚਿਆਰ ਹੈ ਬਸ ਤੇ ਵੇਖਿਆ ਵਿਵਸਥਾ ਸਰ 32 ਦੀ 4 ਉਹ ਵੀ ਕਿੱਥੋਂ ਸ਼ੁਰੂ ਕਰਦਾ ਪਿਆ ਪਰਮੇਸ਼ਵਰ ਕੌਣ ਆ ਚਟਾਨ ਉਹ ਵੀ ਕਿੱਥੋਂ ਗੱਲ ਕਰਦਾ ਪਿਆ ਕਿਹੜੀ ਸਟੋਰੀ ਤੋਂ
ਮੱਸਾ ਤੇ ਮਰੀਬਾ ਵਾਲੀ ਸਟੋਰੀ ਤੋਂ, ਚਟਾਨ ਤੋਂ। ਤੁਹਾਨੂੰ ਯਾਦ ਹੋ ਕਿ ਇੱਕ ਵਰਸ ਨਵੇਂ ਨਿਯਮ ਦੇ ਵਿੱਚ ਹੈਗੀ, ਜੇ ਚੋਂ ਕੀ ਕਹਿੰਦੇ ਕਿ ਚਟਾਨ ਇਜ਼ਰਾਈਲ ਦੇ ਨਾਲ ਨਾਲ ਚੱਲਦੀ ਸੀ। ਚਟਾਨ ਕੌਣ ਸੀ? ਮਸੀਹ ਹੀ। ਠੀਕ ਹੈ, ਉਹਨੂੰ ਹਮੇਸ਼ਾ ਯਾਦ ਰੱਖੋ ਬਾਈਬਲ 'ਚ ਕਿ, ਕਿਉਂਕਿ ਆਪਾਂ ਫਿਰ ਘੁੰਮ ਕੇ ਉੱਥੇ ਆਣਾ ਕਿ ਚਟਾਨ ਕੌਣ ਸੀ? ਮਸੀਹ ਹੀ। ਹੁਣ ਤੇ ਇਮੈਜਿਨ ਕਰਨਾ ਸ਼ੁਰੂ ਕਰੋ, ਫਿਰ ਉਹੀ ਚਟਾਨ ਸੋਟੀ ਵੱਜਣੀ ਹੈ ਕਿਹਨੂੰ? ਚਟਾਨ ਨੂੰ, ਯਿਸੂ ਮਸੀਹ ਨੂੰ। ਪਰ ਉੱਥੇ ਕੌਣ ਖਲੋਤਾ ਉੱਪਰ? ਪਰਮੇਸ਼ਰ ਉੱਪਰ ਖਲੋਤੇ ਆਣਾ। ਉਹਨੇ ਕਿਹਾ ਕਿ ਮੈਂ ਇੱਥੇ ਖਲੋਤਾ ਹੂੰਗਾ। ਓਕੇ, ਉਹ ਸਟੋਰੀ ਫਿਰ ਵਾਪਸ ਆਨੇ। ਫਿਰ ਧਿਆਨ ਨਾਲ ਪੜੋ ਜ਼ਬੂਰ 95 ਦੀ ਇੱਕ। ਹੁਣ ਕੁਝ ਹੋਰ ਡਿਫਰੈਂਟ ਵੇਖਦੇ ਹਾਂ। ਆਓ ਅਸੀਂ ਹਾਂਜੀ ਯਹੋਵਾ ਲਈ ਜੈਕਾਰਾ ਵਜਾਈਏ ਹਾਂਜੀ। ਅਤੇ ਆਪਣੀ ਮੁਕਤ ਦੀ ਚਟਾਨ ਲਈ ਨਾਰਾ ਮਾਰੀਏ। ਇੱਕ ਮਿੰਟ, ਹੁਣ ਧਿਆਨ ਨਾਲ ਸੋਚੋ। ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਚਟਾਨ ਦੀ, ਇਸੇ ਵਰਸ ਤੋਂ। ਹੁਣ ਮੈਂ ਗੱਲ ਕਰਦਾ ਵਰਡ ਮੁਕਤ ਦੀ। ਤੁਹਾਨੂੰ ਕਿੱਥੇ ਵਰਡ ਯਾਦ ਆਉਂਦਾ ਮੁਕਤ? ਹਿੰਦੀ 'ਚ ਲਿਖਿਆ ਉਦਾਰ ਕਰਤਾ, ਬਚਾਉਣ ਵਾਲਾ। ਹਾਂਜੀ, ਪਿਛਲੀ ਸਟੋਰੀ 'ਚ। ਕਿਉਂਕਿ ਮੈਂ ਤੁਹਾਨੂੰ ਗੱਲ ਕੀਤੀ ਕਿ ਜ਼ਬੂਰ 95 ਜਿਹੜਾ ਕਿਤੋਂ ਹੋਰ ਗਾਉਂਦਾ ਪਿਆ, ਕਿਤੋਂ ਹੋਰ ਮਤਲਬ ਕਿ ਲਿਖਦਾ ਪਿਆ। ਚਟਾਨ ਵਾਲੀ ਤੁਹਾਨੂੰ ਸਟੋਰੀ ਸਮਝ ਲੱਗ ਗਈ ਕਿ 17 'ਚ ਬੋਲਦਾ ਪਿਆ। ਹੁਣ ਤੁਹਾਡੇ ਖਿਆਲ ਨਾਲ ਜਿਹੜੀ ਮੁਕਤੀ ਵਾਲੀ ਗੱਲ ਆ, ਉਹ ਕਿੱਥੋਂ ਗੱਲ ਕਰਦਾ ਪਿਆ? ਕਿਤੇ ਹੋਇਆ ਸੀ ਪਰਮੇਸ਼ਵਰ ਨੇ ਇੱਦਾਂ ਕੋਈ ਮੁਕਤੀ ਦਿੱਤੀ ਹੋਵੇ ਕਿ ਸਟੋਰੀ 'ਚ? ਕਿਹੜੀ ਸਟੋਰੀ ਹੈਗੀ ਆ ਵਾਲੀ? ਲਾਲ ਸਮੁੰਦਰ ਵਾਲੀ। ਪਰਮੇਸ਼ਰ ਨੇ ਕੀ ਕੀਤਾ ਸੀ ਉੱਥੇ? ਲਾਲ ਸਮੁੰਦਰ ਤੇ ਕੀ ਕੀਤਾ ਸੀ? ਹਾਂਜੀ, 2 ਹਿੱਸੇ ਕੀਤੇ ਸੀ। ਕਾਹਦੇ ਨਾਲ? ਮੂਸਾ ਦੀ ਲਾਠੀ ਦੇ ਨਾਲ। ਠੀਕ ਹੈ, ਓਕੇ। ਹੁਣ ਤੇ ਇੱਕ ਚੀਜ਼ ਦੇਖੋ ਇਸ ਸਟੋਰੀ ਵਿੱਚ। ਹੁਣ ਮੈਨੂੰ ਇੱਕ ਸਟੋਰੀ ਦੱਸਿਓ ਕਿ ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਦਰਿਆ ਹੈ ਨਾ, ਲਾਲ ਸਮੁੰਦਰ। ਇੱਕ ਪਾਸੇ ਕੀ ਹੈਗਾ, ਦੂਜੇ ਪਾਸੇ 17 ਚੈਪਟਰ 'ਚ ਕੀ ਹੈਗਾ? ਆਪਾਂ ਹੁਣੇ ਸਟੋਰੀ ਪੜ੍ਹੀ, 17 'ਚ ਕੀ ਚੱਲਦਾ ਪਿਆ ਸੀ? ਹਾਂਜੀ, ਉੱਥੇ ਪਾਣੀ ਦੀ ਕਮੀ ਹੈਗੀ ਆ ਤੇ ਲੋਕੀ ਕੀ ਕਰਦੇ ਪਏ ਆ? ਬੁੜ ਕਰਦੇ ਪਏ। ਤੇ ਮੂਸਾ ਪਰਮੇਸ਼ਰ ਨੇ ਕੀ ਕਿਹਾ? ਕੀ ਕਰ? ਚਟਾਨ ਦੇ ਉੱਪਰ ਲਾਠੀ ਮਾਰ। ਹੁਣ ਤੇ ਮੈਨੂੰ ਆਹ ਦੱਸੋ ਕਿ ਦੋਨਾਂ ਸਟੋਰੀਆਂ 'ਚ ਕਾਮਨ ਕੀ ਹੈਗਾ? ਦੋਨਾਂ ਸਟੋਰੀਆਂ 'ਚ, ਲਾਲ ਸਮੁੰਦਰ ਵਾਲੀ ਸਟੋਰੀ 'ਚ ਤੇ ਚਟਾਨ ਵਾਲੀ ਸਟੋਰੀ 'ਚ ਕੀ? ਪਾਣੀ ਕੀ? ਹਾਂਜੀ, ਉੱਥੇ ਪਾਣੀ ਉੱਥੇ ਸੀ, ਉੱਥੇ ਨਹੀਂ ਸੀ। ਹੋਰ ਇੱਕ ਚੀਜ਼ ਹੋ ਗਈ ਦੂਜੀ, ਦੋਨਾਂ ਪਾਸੇ ਲਾਠੀ ਮਾਰੀ। ਇੱਕ ਪਾਸੇ ਕਿੱਧਰ ਮਾਰੀ? ਚਟਾਨ ਤੇ, ਦੂਜੇ ਪਾਸੇ ਦਰਿਆ ਤੇ। ਫਿਰ ਕੀ ਹੋਇਆ? ਜਦੋਂ ਚਟਾਨ ਤੇ ਮਾਰੀ ਉਹਨੇ ਪਾਣੀ ਦਿੱਤਾ। ਜਦੋਂ ਪਾਣੀ ਤੇ ਮਾਰਿਆ ਤੇ ਉਹਨੇ ਕੀ ਕੀਤਾ? ਰਾਹ ਦਿੱਤਾ। ਜਦੋਂ ਰਾਹ ਦਿੱਤਾ, ਕਾਹਦਾ ਰਾਹ ਦਿੱਤਾ ਉਹਨੇ? ਕਾਹਦਾ ਰਾਹ? ਖੁਸ਼ਕੀ ਦਾ। ਉਹਨਾਂ ਨੇ ਕੀ ਵੇਖਿਆ ਥੱਲੇ? ਕੀ ਹੈਗਾ? ਜ਼ਮੀਨ। ਜ਼ਮੀਨ ਵੱਡੀ ਕੀ ਆ? ਜ਼ਮੀਨ ਤੁਸੀਂ ਕੀ ਕਹਿੰਦੇ ਹੋ? ਕੀ ਚੀਜ਼ ਆ? ਚਟਾਨ। ਤੇ ਵੇਖਿਆ ਦੋਨੋਂ ਸਟੋਰੀਆਂ ਕੀ ਕਰਦੀ ਪਈਆਂ? ਉਲਟੀਆਂ ਇੱਕ ਦੂਜੇ ਤੋਂ। ਠੀਕ ਹੈ, ਆਹ ਸਟੋਰੀ ਸਿੱਧੀ ਚੱਲਦੀ ਪਈ, ਉਹ ਕਹਿੰਦਾ ਉਲਟੀ। ਉਧਰ ਪਾਣੀ ਇੰਨਾ ਹੀ ਕਿ ਮੂੰਹ ਤੱਕ ਪਹੁੰਚਦਾ ਤੇ ਕੀ ਹੁੰਦਾ? ਮਰ ਜਾਂਦੇ। ਇੱਧਰ ਪਾਣੀ ਕੀ ਆ? ਨਹੀਂ ਹੈਗਾ। ਇੱਧਰ ਹੈਗਾ ਹੀ ਨਹੀਂ ਆ। ਇੱਧਰ ਉਹ ਕੀ ਕਹਿੰਦੇ? ਕਿੱਥੇ ਪਹੁੰਚੇ? ਪਾਣੀ ਕਿੱਥੇ ਪਹੁੰਚੇ? ਮੂੰਹ 'ਚ। ਠੀਕ ਹੈ, ਦੋਨੋਂ ਸਟੋਰੀਆਂ ਰਿਵਰਸ ਹੈਗੀਆਂ। ਉੱਥੇ ਉਹ ਕਹਿੰਦੇ ਆ ਕਿ ਪਾਣੀ ਮੂੰਹ ਤੱਕ ਪਹੁੰਚ ਕੇ ਮਰ ਜਾਣਾ। ਉੱਥੇ ਉਹ ਕਹਿੰਦੇ ਪਾਣੀ ਨਹੀਂ ਹੈਗਾ ਤੇ ਆਪਾਂ ਤਾਂ ਮਰ ਜਾਣਾ। ਠੀਕ ਹੈ, ਨਾ ਉਧਰ ਖੁਸ਼ ਤੇ ਨਾ ਉਧਰ ਖੁਸ਼ ਤੇ। ਹਾਂਜੀ, ਕਿਸੇ ਵੀ ਹਾਲ 'ਚ ਨਹੀਂ ਖੁਸ਼ ਹੈਗੇ। ਠੀਕ ਹੈ, ਸੋ ਇਹ ਵੇਖੋ ਕਿ ਦੋਨੋਂ ਸਟੋਰੀਆਂ ਰਿਵਰਸ ਸਟੋਰੀਆਂ। ਤੇ ਇਹਦੇ ਵੇਖੋ ਕਿ ਜਿਹੜਾ ਜ਼ਬੂਰ 95 ਲਿਖਣ ਵਾਲਾ ਵਾ, ਉਹਨੇ ਇੱਕ ਵਰਸ ਵਿੱਚ ਦੋਨੋਂ ਸਟੋਰੀਆਂ ਇਕੱਠੀਆਂ ਜੋੜਦੀਆਂ। ਠੀਕ ਹੈ, 17 ਨੰਬਰ ਚੈਪਟਰ ਵੀ ਤੇ 15 ਨੰਬਰ ਚੈਪਟਰ ਵੀ। ਠੀਕ ਹੈ, ਓਕੇ। ਹੁਣ ਅਗਲੀ ਸਟੋਰੀ ਇਹਦੇ ਵਿੱਚ ਤੁਹਾਨੂੰ ਯਾਦ ਹੋਗਾ ਜਦੋਂ ਉਹਨਾਂ ਨੇ ਲਾਲ ਸਮੁੰਦਰ 2 ਪਾਰਟ ਹੋਇਆ ਸੀ, ਫਿਰ ਕੀ ਹੋਇਆ ਸੀ? ਉਸ ਤੋਂ ਬਾਅਦ ਕੀ ਹੋਇਆ? ਅਗਲੀ ਸਟੋਰੀ ਜੋ ਲਾਲ ਸਮੁੰਦਰ ਪਾਰਟ ਕੀਤਾ ਉਹ ਨਿਕਲ ਕੇ ਫਿਰ ਕੀ ਹੋਇਆ? ਅੱਗੇ ਗਾ ਕੇ ਉਹਨਾਂ ਕੀ ਕੀਤਾ? ਗੀਤ ਗਾਇਆ। ਕਾਹਦਾ ਗੀਤ ਗਾਇਆ ਉਹਨਾਂ ਨੇ? ਉਹਨਾਂ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਕੀ ਕਹਿ ਕੇ? ਕਿ ਪਰਮੇਸ਼ਵਰ ਨੇ ਜਿਹੜਾ ਹੈਗਾ ਬੜਾ ਮਹਾਂਪ੍ਰਤਾਪੀ ਰਾਜਾ ਵਾ, ਉਹਨੇ ਸਾਨੂੰ ਰੱਥਾਂ ਦੇ ਘੋੜਿਆਂ ਦਾ ਬਚਾਇਆ। ਠੀਕ ਹੈ, ਉਹ ਸਾਰੀ ਚੀਜ਼ ਉਹ ਕਰਦਾ ਪਿਆ। ਠੀਕ ਹੈ, ਜ਼ਬੂਰ ਆ ਤੇ ਅੱਗੇ ਨਿਰਗਮਨ 15 ਦੇ ਵਿੱਚ। ਪਰ ਤੇ ਇੱਕ ਹੋਰ ਚੀਜ਼ ਵੇਖੋ ਕਿ 15 ਦੇ ਵਿੱਚ, ਵਾਪਸ ਮੇਰਾ 15 'ਚ ਆ ਜਾਓ ਤੇ ਵਰਸ ਨੰਬਰ 18 ਦੇ ਵਿੱਚ। ਯਹੋਵਾ ਸਦਾ ਤੀਕ ਰਾਜ ਕਰਦਾ ਰਹੇਗਾ। ਹਾਂਜੀ, ਫਿਰੌਨ ਦੇ ਘੋੜੇ ਔਰ ਉਸ ਦੇ ਰੱਥ ਔਰ ਉਸ ਦੇ ਘੋੜੇ ਚੜੇ ਤਾਂ ਸਮੁੰਦਰ ਵਿੱਚ ਵੜੇ ਅਤੇ ਯਹੋਵਾ ਨੇ ਸਮੁੰਦਰ ਦੇ ਪਾਣੀ ਨੂੰ ਉਹਨਾਂ ਉੱਤੇ ਮੋੜ ਲਿਆਂਦਾ। ਕਿਹੜੀ ਵਰਸ ਪੜ੍ਹੀ ਹੋਈ? 15 ਦੀ 18 ਨੰਬਰ ਵਰਸ। 18 'ਚ ਕੀ ਲਿਖਿਆ? ਯਹੋਵਾ ਸਦਾ ਤੀਕ ਰਾਜ ਕਰੇਗਾ। ਰਾਜ ਕਰੇਗਾ। ਇੱਥੇ ਕਿਹੜਾ ਗੀਤ ਖਤਮ ਹੋ ਜਾਂਦਾ? ਮੂਸਾ ਦਾ ਗੀਤ ਖਤਮ ਹੋ ਜਾਂਦਾ ਹੈ ਨਾ, ਜਿਹੜਾ ਨੇ ਗਾਇਆ। 19 ਨੰਬਰ ਵਰਸ ਵਿੱਚ ਕੀ ਹੈਡਿੰਗ ਆਂਦੀ?
19 ਨੰਬਰ ਵਰਸ ਦੀ ਹੈਡਿੰਗ ਲਿਖੀ ਕੁਛ 19 ਦੇ ਉੱਪਰ। अठारह ਤੋਂ ਬਾਅਦ 19 ਵਰਸ ਆਈ, ਉਹਦੀ ਹੈਡਿੰਗ ਤੁਹਾਡੀ ਬਾਈਬਲ 'ਚ ਕੁਛ ਲਿਖਿਆ ਹੈਡਿੰਗ ਕੁਛ ਕੋਈ ਹੈਡਿੰਗ? ਹਾਂਜੀ, ਮਰੀਮ ਕਾ ਗੀਤ, ਠੀਕ ਹੈ। 18 'ਚ ਕਿਹਦਾ ਗੀਤ ਚੱਲਦਾ ਪਿਆ ਹੁਣ? 19 'ਚ ਕੌਣ ਗੀਤ ਗਾਉਣ ਲੱਪੀ? ਇਹ ਕਿਉਂ? ਇੱਕ ਗੀਤ ਵਾਧੂ ਨਹੀਂ? ਉਹ ਕੀ ਕਹਿੰਦੀ, ਮੂਸਾ ਮੈਂ ਆਪਣੀ ਨਵੀਂ ਕੁਆਇਰ ਬਣਾਉਣੀ, ਮੈਂ ਆਪਣੀ ਵੱਖਰੀ ਟੀਮ ਬਣਾਉਣੀ, ਤੂੰ ਮੇਰੀ ਟੀਮ 'ਚ ਨਹੀਂ ਹੈਗਾ, ਆਪਾਂ ਵੱਖਰੀ ਟੀਮ ਬਣਾਉਂਦੇ, ਠੀਕ ਹੈ। ਮੈਨੂੰ ਤੇਰਾ ਗੀਤ ਨਹੀਂ ਪਸੰਦ ਆਇਆ ਤੇ ਮੈਂ ਆਪਣਾ ਗੀਤ ਵੱਖਰਾ ਗਾਉਂਗੀ, ਇਹ ਕਰਦੀ ਵੀ ਉਹ। ਜਾਂ ਮੀਨਿੰਗ ਕੁਛ ਹੋਰ ਆ ਕਿ ਉਹਨੇ ਵੱਖਰਾ ਗੀਤ ਗਾਇਆ, ਫਿਰ ਭੈਣ ਕਹਿੰਦੀ ਨਾ ਮੈਂ ਤਾਂ ਆਪਣਾ ਵੱਖਰਾ ਗੀਤ ਗਾਉਂਗੀ, ਮੈਨੂੰ ਤਾਂ ਮਜ਼ਾ ਨਹੀਂ ਆਇਆ, ਠੀਕ ਹੈ। ਤੂੰ ਜ਼ਿਆਦਾ ਸਿੰਗਰ ਹੈਗਾ, ਮੈਂ ਵੀ ਸਿੰਗਰ ਹੈਗੀ, ਠੀਕ ਹੈ। ਸੋ ਇੱਕ ਚੀਜ਼ ਆਪਾਂ ਫਾਈਂਡ ਆਊਟ ਕਰਨੀ ਇਹਦੇ ਵਿੱਚ, ਠੀਕ ਹੈ, ਜਿਹੜੀ ਆਪਾਂ ਅਗਲੀ ਵਾਰੀ ਦੇਖਾਂਗੇ। ਪਰ ਤੁਸੀਂ ਹੁਣ ਮੇਨ ਚੀਜ਼ ਦੇਖੋ, ਜਦੋਂ ਚਟਾਨ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਨੇ ਸੋਟੀ ਮਾਰੀ ਤੇ ਦਰਿਆ ਕੀ ਹੋ ਗਿਆ? 2 ਹਿੱਸੇ ਹੋ ਗਿਆ। ਫਿਰ ਉਹਨਾਂ ਕੀ ਕੀਤਾ? ਫਿਰ ਲੋਕਾਂ ਨੇ ਕੀ ਕੀਤਾ? ਗੀਤ ਗਾਇਆ। ਹੁਣ ਜਿਹੜਾ ਜ਼ਬੂਰ 95 ਵਾਲਾ ਕਹਿੰਦਾ ਪਿਆ ਵਾ, ਉਹ ਕੀ ਕਹਿਣਾ ਚਾਹੁੰਦਾ? ਉਹ ਕਹਿੰਦਾ ਤੁਹਾਨੂੰ ਪਤਾ ਆਪਾਂ ਗਲਤੀ ਕੀ ਕੀਤੀ? ਸਾਡੇ ਕੋਈ ਗਲਤੀ ਹੋਈ। ਉਹ ਕਹਿੰਦਾ ਗਲਤੀ ਕੀ ਹੋਈ? ਜਦੋਂ ਆਪਾਂ ਚਟਾਨ ਦੇ ਉੱਪਰ ਪੱਥਰ, ਜਦੋਂ ਚਟਾਨ ਨੂੰ ਸੋਟੀ ਮਾਰੀ, ਸਾਨੂੰ ਕੀ ਕਹਿਣਾ ਚਾਹੀਦਾ ਸੀ? ਆਪਾਂ ਉੱਥੇ ਵਾਦ ਵਿਵਾਦ ਕੀਤਾ ਹੈ ਨਾ, ਪਾਣੀ ਨਹੀਂ ਹੈਗਾ, ਸਾਨੂੰ ਕੀ ਕਰਨਾ ਚਾਹੀਦਾ ਸੀ? ਸ਼ੁਕਰਾਨਾ ਕਰਨਾ ਚਾਹੀਦਾ। ਕਾਹਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ? ਉਹਨੇ ਮਨੋਕਾਮਨਾ ਪੂਰੀ ਕਹਿ ਸਕਦੇ ਕਿ ਪਾਣੀ ਦੇ ਦੇ, ਕਿ ਸਾਨੂੰ ਉਹਨੇ ਪਾਣੀ ਦੇ ਦਿੱਤਾ। ਜਾਂ ਤੁਹਾਨੂੰ ਉਹ ਤੋਂ ਪਹਿਲਾਂ ਗੀਤ ਗਾਉਣਾ ਚਾਹੀਦਾ ਸੀ ਕਿ ਪ੍ਰਭੂ ਜੇ ਸਾਨੂੰ ਪਿਛਲੀ ਵਾਰੀ ਬਲਕਿ ਬਚਾ ਸਕਦਾ ਵਾ ਤੇ ਆਪਾਂ ਗੀਤ ਗਾਇਆ, ਤੇ ਹੁਣ ਵੀ ਸਾਨੂੰ ਕੀ ਕਰਨਾ ਚਾਹੀਦਾ? ਹੁਣ ਵੀ ਸਾਨੂੰ ਬਚਾਊਗਾ ਤੇ ਆਪਾਂ ਕੀ ਕਰੀਏ? ਸ਼ੁਕਰਾਨਾ ਕਰੀਏ। ਹੁਣ ਮੈਂ ਤੀਜੀ ਸਟੋਰੀ ਚੱਲੋ, ਇੱਕ ਹੋਰ ਸੇਮ ਪੱਥਰ ਵਾਲੀ ਸਟੋਰੀ, ਗਿਣਤੀ ਦੀ ਪੁਸਤਕ 21 ਚੈਪਟਰ। ਇੱਕੀ ਚੈਪਟਰ 16 ਤੇ 17। ਉੱਥੇ ਇਹ ਉਹ ਬਲੀਦ ਨੂੰ ਗਏ, ਹਾਂਜੀ। ਤੇ ਉਹ ਹੈ ਜਿਹਦੇ ਵਿਖੇ ਯਹੋਵਾ ਨੇ ਮੂਸਾ ਨੂੰ ਆਖਿਆ ਸੀ, ਹਾਂਜੀ। ਕਿ ਪ੍ਰਜਾ ਨੂੰ ਇਕੱਠਾ ਕਰ ਅਤੇ ਹਾਂਜੀ। ਮੈਂ ਉਹਨਾਂ ਨੂੰ ਪਾਣੀ ਦੇਵਾਂਗਾ। ਹਾਂਜੀ। ਤਾਂ ਇਜ਼ਰਾਈਲ ਨੇ ਇਹ ਗੀਤ ਗਾਇਆ, ਹਾਂਜੀ। ਇਹ ਖੂਹ ਉਭਰ ਆ, ਉਸ ਲਈ ਗਾਓ। ਹਾਂ। ਉਹ ਖੂਹ ਜਿਹਨੂੰ ਸਰਦਾਰਾਂ ਨੇ ਪੁੱਟਿਆ ਅਤੇ ਲੋਕਾਂ ਦੇ ਪਤਵੰਤਾਂ ਨੇ ਅਸਾਂ ਨਾਲ ਅਤੇ ਆਪਣੀਆਂ ਲਾਠੀਆਂ ਨਾਲ ਕੱਢਿਆ। ਬਸ ਆਮੀਨ। ਤੇ ਵੇਖਿਆ ਪਾਣੀ, ਉਹਨਾਂ ਨੇ ਪਾਣੀ ਮਲਕੀ ਚਾਹੀਦਾ ਸੀ, ਪਾਣੀ ਮਿਲਿਆ ਤੇ ਲੋਕਾਂ ਨੇ ਕੀ ਕੀਤਾ? ਆਪਾਂ ਹੁਣੇ 16 ਨੰਬਰ ਵਰਸ ਪੜ੍ਹੇ ਨਾ, ਕੀ ਕੀਤਾ ਉਹਨਾਂ ਨੇ? ਕੀ ਕੀਤਾ ਉਹਨਾਂ ਨੇ? ਗੀਤ ਗਾਇਆ। ਉਹਨਾਂ ਨੇ ਤੀਜੀ ਵਾਰੀ ਕੀ ਕੀਤਾ? ਪਾਣੀ ਮਿਲਿਆ ਤੇ ਕੀ ਕੀਤਾ? ਗੀਤ ਗਾਇਆ। ਪਹਿਲੀ ਵਾਰੀ ਪਾਣੀ ਦੀ ਸਟੋਰੀ ਆਈ, ਉਹਨਾਂ ਨੇ ਕੀ ਕੀਤਾ? ਪਹਿਲੀ ਸਟੋਰੀ 'ਚ ਗੀਤ ਗਾਇਆ। ਪਰ ਜ਼ਬੂਰ 95 ਕਹਿੰਦਾ ਗਲਤੀ ਤੁਹਾਡੀ ਪਤਾ ਕੀ ਸੀ? ਜਦੋਂ ਦੂਜੀ ਵਾਰੀ ਵੀ ਪਾਣੀ ਨਹੀਂ ਸੀ, ਤੁਸੀਂ ਕੀ ਨਹੀਂ ਕੀਤਾ? ਗੀਤ ਨਹੀਂ ਗਾਇਆ। ਤੁਹਾਨੂੰ ਕੀ ਕਰਨਾ ਚਾਹੀਦਾ ਸੀ? ਇਹ ਕਹਿਣ ਦੀ ਬਜਾਏ ਕਿ ਤੂੰ ਸਾਨੂੰ ਤੇ ਸਾਡੇ ਬਾਲ ਬੱਚਿਆਂ ਨੂੰ ਤੇ ਸਾਡੇ ਡੰਗਰਾਂ ਨੂੰ ਮਾਰਨ ਲੈ ਕੇ ਆਇਆ, ਤੁਹਾਨੂੰ ਕੀ ਕਹਿਣਾ ਚਾਹੀਦਾ ਸੀ? ਪ੍ਰਭੂ ਤੇਰਾ ਧੰਨਵਾਦ, ਤੂੰ ਸਾਨੂੰ ਲੈ ਕੇ ਆਇਆ। ਤੁਸੀਂ ਕੀ ਨਹੀਂ ਕੀਤਾ? ਗੀਤ ਨਹੀਂ ਗਾਇਆ। ਮੈਂ ਤੁਹਾਨੂੰ ਹੁਣੇ ਗੱਲ ਕੀਤੀ, ਜ਼ਬੂਰ ਨੰਬਰ 95 ਦੀ 1 ਕੀ ਕਹਿੰਦੀ ਪਈ ਸੀ? ਆਓ ਆਪਾਂ ਗੀਤ ਗਾਈਏ। ਕਿਹਦੇ ਵਾਸਤੇ? ਯਹੋਵਾ ਵਾਸਤੇ, ਜਿਹੜਾ ਸਾਡਾ ਕੀ ਆ? ਮੁਕਤੀ। ਤੇ ਹੋਰ ਕੀ? ਮੁਕਤੀ ਦੀ ਚਟਾਨ ਅਤੇ ਨਾਰਾ ਮਾਰ। ਮੁਕਤੀ ਦੀ ਚਟਾਨ, ਠੀਕ ਹੈ। ਹੁਣ 8 ਨੰਬਰ ਵਰਸ ਕੀ ਕਹਿੰਦੀ ਪਈ ਸੀ? 8 ਨੰਬਰ ਵਰਸ, ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਇਹਦਾ ਕੀ ਮਤਲਬ ਆ? ਕਠੋਰ ਨਾ ਕਰੋ। ਤੋਂ ਮੁੱਖ ਨਾ ਮੋੜੋ ਜਾਂ ਮਜ਼ਬੂਤ ਨਾ, ਇੱਕ ਦੇ ਨਾਲ ਤੇ 8 ਨਾਲ ਤੇ ਜੋੜ ਕੇ ਪੜੋ। ਕੀ ਕਹਿਣਾ ਚਾਹੁੰਦਾ ਉਹ? ਇੱਕ ਦੇ ਵਿੱਚ ਤੇ 8 ਵਿੱਚ ਕੀ ਕਾਮਨ? ਇੱਕ ਚੋਂ ਕੀ ਕਹਿੰਦਾ? ਗੀਤ ਕਿਹਦੇ ਵਾਸਤੇ ਗਾਓ? ਯਹੋਵਾ ਵਾਸਤੇ, ਜਿਹੜਾ ਸਾਡਾ ਕੀ ਆ? ਮੁਕਤੀ ਤੇ ਚਟਾਨ। 8 'ਚ ਕੀ ਕਹਿੰਦਾ? ਕੀ ਨਾ ਕਰੋ? ਆਪਣੇ ਦਿਲ ਨੂੰ ਕਿਹਦੇ ਵਰਗੇ? ਚਟਾਨ ਵਾਂਗੂ। ਆਪਣੇ ਦਿਲ ਨੂੰ ਚਟਾਨ ਵਾਂਗੂ ਤੁਸੀਂ ਨਾ ਕਰੋ, ਕਿਉਂਕਿ ਸਾਡੀ ਚਟਾਨ ਕੌਣ ਆ? ਪਰਮੇਸ਼ਵਰ। ਆਪਣੇ ਦਿਲ ਨੂੰ ਨਮਰ ਕਰੋ ਤੇ ਪਰਮੇਸ਼ਵਰ ਚਟਾਨ ਵੱਲ ਕੀ ਕਰੋ? ਮੱਥਾ ਟੇਕੋ, ਉਹਦਾ ਗੀਤ ਗਾਓ। ਤੁਸੀਂ ਕੀ ਕੀਤਾ? ਉਲਟਾ ਆਪਣੇ ਦਿਲਾਂ ਨੂੰ ਚਟਾਨ ਕਰ ਲਿਆ। ਤੁਸੀਂ ਕਿਹਾ ਕਿ ਚਟਾਨ ਕੌਣ ਆ? ਸਾਡੇ ਦਿਲ। ਤੁਸੀਂ ਉਹਨੂੰ ਚਟਾਨ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ, ਠੀਕ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਚਟਾਨ ਮੰਨਦੇ ਪਏ ਹੋ ਤੇ ਫਿਰ ਉਹ ਕਹਿੰਦਾ ਤੁਸੀਂ ਮੱਸਾ ਤੇ ਮਰੀਬਾ ਵਾਂਗੂ ਕਰਦੇ ਪਏ ਹੋ, ਤੇ ਪਰਮੇਸ਼ਵਰ ਤੁਹਾਡੇ ਤੋਂ ਨਾਰਾਜ਼ ਰਿਹਾ 40 ਸਾਲ। ਤੇ ਉਹਨੇ ਕਿਹਾ ਮੈਂ ਇਹਨਾਂ ਲੋਕਾਂ ਨੂੰ ਲੈ ਕੇ ਨਹੀਂ ਜਾਣਾ। ਕਿਉਂ? ਕਿਉਂਕਿ ਇਹ ਲੋਕ ਕੀ ਆ? ਹੁਣੇ ਗੱਲ ਕੀਤੀ ਸੀ, ਭਟਕਣ ਵਾਲੇ ਮਨ ਵਾਲੇ, ਠੀਕ ਹੈ। ਹੁਣ ਤਾਂ ਜ਼ਬੂਰ ਸਮਝ ਲੱਗੀ ਹੋਈ ਸਾਰੀ 95 ਕੀ ਕਹਿਣਾ ਚਾਹੁੰਦਾ ਉਹ ਕੀ ਕਹਿਣਾ ਚਾਹੁੰਦਾ? ਕਿ ਸਾਡੀ ਗਲਤੀ ਕੀ ਸੀ? ਹਾਂਜੀ, ਗੀਤ ਨਹੀਂ ਗਾਇਆ, ਠੀਕ ਹੈ। ਕਰਨਾ ਕੀ ਸੀ? ਗੀਤ ਗਾਓ। ਹੁਣ ਜਦੋਂ ਨੇ ਜ਼ਬੂਰ 95 ਖਤਮ ਕੀਤਾ ਵਾ ਤੇ 96 ਦੀ ਪਹਿਲੇ 'ਚ ਉਹਨੇ ਕੀ ਕਹਿਤਾ? ਫਿਰ
एक गीत गाओ ਇੱਕ ਕੀ ਕਰੋ, ਯਹੋਵਾ ਲਈ ਇੱਕ ਨਵਾਂ ਗੀਤ ਗਾਓ। ਇੱਕ ਨਵਾਂ ਗੀਤ ਗਾਓ। ਠੀਕ ਹੈ, ਕਿਉਂ ਕਹਿੰਦਾ ਪਿਆ ਨਵਾਂ ਗੀਤ ਗਾਓ? ਕਿਉਂਕਿ ਆਲਰੇਡੀ ਤੁਸੀਂ ਪਹਿਲਾ ਗੀਤ ਗਾ ਲਿਆ, ਤੁਸੀਂ ਆਲਰੇਡੀ ਦੂਜਾ ਤੀਜਾ ਗੀਤ ਗਾ ਲਿਆ। ਉਹ ਕਹਿੰਦਾ ਹੁਣ ਆਪਾਂ ਗਲਤੀ ਸਹੀ ਕਰੀਏ, ਕੀ ਕਰੀਏ? ਨਵਾਂ ਗੀਤ ਗਾਈਏ ਹੁਣ ਆਪਾਂ ਫਿਰ ਇੱਕ। ਠੀਕ ਹੈ, ਪਰਮੇਸ਼ਵਰ ਦੀ ਉਸਤਤ ਕਰੀਏ, ਪਰਮੇਸ਼ਵਰ ਦੀ ਤਾਰੀਫ ਕਰੀਏ। ਠੀਕ ਹੈ, ਤੇ ਤੁਸੀਂ ਵੇਖੋ 95 96 97 98 99 ਉੱਥੇ ਹੈਗੇ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਸਵਾਲ ਕੀਤਾ ਸੀ, ਉਹ ਵੀ ਮੈਂ ਗੱਲ ਕਰ ਰਹੀ ਨਾ 17 ਦੇ ਵਿੱਚ ਫਿਰ ਵਰਸ ਨੰਬਰ 6 ਨੰਬਰ ਵਰਸ। ਸਤਾਰਾਂ ਦੀ 6 ਵੇਖ ਕੂਚ ਕੂਚ ਵੇਖ ਮੈਂ ਤੇਰੇ ਅੱਗੇ और एक भी चट्टान उत्ते खड़ा होवागा ਹਾਂਜੀ, और तू चट्टान ਨੂੰ ਮਾਰੀ ਤਾਂ ਉਸ ਵਿੱਚੋਂ ਪਾਣੀ ਨਿਕਲੇਗਾ। ਉਸ ਵਿੱਚੋਂ ਕੀ ਨਿਕਲੂਗਾ? ਪਾਣੀ ਨਿਕਲੇਗਾ ਕਿੱਥੇ ਕਿੱਥੇ ਮਾਰਨਾ ਚਟਾਨ ਨੂੰ? ਕਿਹੜੀ ਜਗ੍ਹਾ ਤੇ? और ਹੋਰੇਬ ਤੇ। ਹੁਣ ਧਿਆਨ ਦੇ ਇੱਕ ਮਿੰਟ, ਹੋਰੇਬ ਤੇ ਕਿਉਂ? ਕਿਉਂਕਿ ਜੇ ਤੁਸੀਂ ਧਿਆਨ ਨਾਲ ਵਰਸ ਪੜੋਗੇ 1 ਨੰਬਰ ਵਰਸ, ਕਿੰਨਾ ਪਾਸੇ ਟਾਈਮ ਹੋ ਗਿਆ? ਹਾਂਜੀ 17 ਦੀ 1। ਇਸਰਾਈਲੀਆਂ ਦੀ ਸਾਰੀ ਮੰਡਲੀ ਨੇ ਸੀਨ ਦੀ ਉਜਾੜ ਵਿੱਚ ਯਹੋਵਾ ਦੇ ਆਖਣ ਅਨੁਸਾਰ ਆਪਣੇ ਸਬਰਾਂ ਵਿੱਚ ਲਈ ਕੂਚ ਕੀਤੀ ਹਾਂਜੀ ਕੀਤਾ। ਔਰ ਉਹਨਾਂ ਨੇ ਰਫਦੀਮ ਵਿੱਚ ਗਿਰੇ ਲਾਏ, ਪਰ ਪ੍ਰਜਾ ਦੇ ਪੀਣ ਲਈ ਪਾਣੀ ਨਹੀਂ ਸੀ। ਤਾਂ ਪ੍ਰਜਾ ਬਸ 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 ਇਸ ਵੇਲੇ ਉਹ ਕਿੱਥੇ ਹੈਗੇ ਆ? ਕਿਹੜੀ ਜਗ੍ਹਾ ਤੇ? ਰਫੀਦੀਮ ਚ। ਪਰਮੇਸ਼ਰ ਕੀ ਕਹਿੰਦਾ ਪਿਆ? ਕਿੱਥੇ ਜਾ ਕੇ ਤੂੰ ਚਟਾਨ ਨੂੰ ਮਾਰਨਾ? ਕਿੱਥੇ ਜਾ ਕੇ? ਹੋਰੇਬ ਤੇ। ਹੁਣ ਸਟੋਰੀ ਬਿਲਕੁਲ ਚੇਂਜ ਹੋ ਜਾਂਦੀ ਕਿ ਖਲੋਤੇ ਕਿਤੇ ਹੋਰ ਆ, ਪਾਣੀ ਕਿਤੇ ਹੋਰ ਘੱਟ ਆ, ਤੇ ਪਰਮੇਸ਼ਰ ਕੀ ਕਹਿੰਦਾ ਕਿੱਥੇ ਜਾ ਕੇ ਮਾਰੀ? ਹੋਰੇਬ ਤੇ ਜਾ ਕੇ। ਤੇ ਹੋਰੇਬ ਕਿੱਥੇ ਆਣਾ ਵਾ? ਇਸ ਤੋਂ 2 ਚੈਪਟਰ ਅੱਗੇ ਪਹੁੰਚੋਗੇ 19 ਚੈਪਟਰ 'ਚ, ਉੱਥੇ ਆਣਾ ਹੋਰੇਬ ਪਰਬਤ। ਠੀਕ ਹੈ, ਇਹਦਾ ਮਤਲਬ ਕੀ ਆ ਕਿ ਜਿਹੜੀ ਸਾਰੀ ਸਟੋਰੀਆਂ ਹੈਗੀਆਂ ਵਾ ਬਿਲਕੁਲ ਚੇਂਜ ਹੈਗੀਆਂ ਵਾ। ਪਰਮੇਸ਼ਰ ਨੂੰ ਕੁਛ ਸਿਖਾਉਣਾ ਚਾਹੁੰਦੇ। ਤੁਸੀਂ ਸੋਚੋ ਧਿਆਨ ਨਾਲ ਕਿ ਉਸ ਦਿਨ ਜੇ ਮੂਸਾ ਸੋਟੀ ਨੂੰ ਮਤਲਬ ਸੋਟੀ ਲੈ ਕੇ ਨਾ ਮਾਰਦਾ ਚਟਾਨ ਨੂੰ, ਫਿਰ ਕੀ ਹੋਣਾ ਸੀ? ਫਿਰ ਕੀ ਹੋ ਸਕਦਾ ਸੀ? ਹੋਰ ਪਾਣੀ ਨਹੀਂ ਹੈਗਾ, ਕੀ ਹੋ ਸਕਦਾ ਸੀ? ਹੋਰ ਫਿਰ ਆਪਸ਼ਨ ਕੀ ਸੀ? ਹੋਰ ਕੀ ਕਰਨ? ਹਾਂਜੀ ਧੰਨਵਾਦ ਥੈਂਕਸ ਕਰਦੇ ਪਰਮੇਸ਼ਰ ਦਾ, ਗੀਤ ਗਾਉਂਦੇ, ਫਿਰ ਕੀ ਹੋਣਾ ਸੀ? ਪਾਣੀ ਮੰਗ ਲੈ ਕੇ ਮੰਗਦੇ ਕਿਹਦੇ ਕੋਲੋਂ? ਪਰਮੇਸ਼ਰ ਕੋਲੋਂ। ਠੀਕ ਹੈ, ਤੇ ਫਿਰ ਪਰਮੇਸ਼ਰ ਨੇ ਕੀ ਕਰਨਾ ਸੀ? ਦੇ ਦੇਣਾ ਸੀ। ਕਿਹਦੇ ਵਿੱਚੋਂ? ਚਟਾਨ ਚੋਂ। ਹੁਣ ਤੁਹਾਨੂੰ ਸਟੋਰੀ ਯਾਦ ਆਈ ਕੋਈ? ਸਟੋਰੀ ਸੇਮ ਇੱਦਾਂ ਦੀ ਜਿੱਥੇ ਬੋਲਣਾ ਹੀ, ਕਹਿਣਾ ਹੀ, ਤੇ ਪਾਣੀ ਮਿਲ ਜਾਣਾ ਸੀ? ਕਿਹੜੀ ਸਟੋਰੀ? ਤੁਹਾਨੂੰ ਇਹ ਪਾਸਟਰ ਨੇ 2 ਹਫ਼ਤੇ ਪਹਿਲਾਂ ਹੀ ਕਰਾਈ ਸੀ। ਮੈਂ ਉੱਥੇ ਹੀ ਚੁੱਕ ਕੇ ਬੋਲਦਾ ਹੋਇਆ। ਮੂਸਾ ਕਿਉਂ ਨਹੀਂ ਜਾ ਸਕਿਆ ਸੀ? ਮੂਸਾ ਨੇ 2 ਵਾਰ ਤੇ ਲਾਠੀ ਮਾਰਤੀ। ਮੂਸਾ ਨੇ 2 ਵਾਰ ਲਾਠੀ ਮਾਰਤੀ। 1 ਮਿੰਟ ਤੇ ਕਿਉਂ ਕਿਹਾ 2 ਵਾਰੀ ਲਾਠੀ ਮਾਰਤੀ? ਕਿਉਂਕਿ ਇੱਕ ਵਾਰੀ ਮਾਰਨੀ ਚਾਹੀਦੀ। ਹਾਂਜੀ ਇੱਕ ਵਾਰ ਮਾਰਤੀ। ਨਾ, ਪਰਮੇਸ਼ਰ ਨੇ ਕਿਹਾ ਨਹੀਂ 1 ਵਾਰੀ ਮਾਰਨੀ। ਪਰਮੇਸ਼ਰ ਨੇ ਕੀ ਕਿਹਾ ਸੀ? ਹਾਂਜੀ ਪਰਮੇਸ਼ਰ ਨੇ ਕਹੀ ਲਾਠੀ ਮਾਰੀ ਨੇ ਇੱਕ ਵਾਰੀ। ਪਰਮੇਸ਼ਰ ਨੇ ਕਿਹਾ ਸੀ ਲਾਠੀ ਮਾਰਨੀ ਨਹੀਂ ਹੈਗੀ, ਕੀ ਕਰਨਾ ਵਾ? ਬੋਲਣਾ ਹੀ ਜਾ ਕੇ। ਉਹਨੇ ਕੀ ਕੀਤਾ? ਉਹਨੇ ਲਾਠੀ ਮਾਰੀ ਕਿੰਨੀ ਵਾਰੀ? 2 ਵਾਰੀ ਕਿਉਂ? 1 ਵਾਰੀ ਮਾਰ ਦਿੰਦਾ, ਗਲਤੀ ਤਾਂ ਹੋ ਹੀ ਗਈ। ਹੁਣ 2 ਵਾਰੀ ਕਿਉਂ? ਗੁੱਸੇ ਤੇ ਮਾਰਤੀ ਤੇ ਦੂਜੀ ਵਾਰ। ਦੂਜੀ ਵਾਰੀ ਗੁੱਸੇ 'ਚ, ਫਿਰ 3 ਵਾਰੀ ਕਿਉਂ ਨਹੀਂ? ਜੇ ਗੁੱਸਾ ਆਦਾ ਕਰੀ ਜਾ ਕੋਈ ਗੱਲ ਨਹੀਂ, ਫਿਰ ਕਿਹੜੀ ਗੱਲ ਆ? ਠੀਕ ਹੈ, ਸੋ ਇਹ ਸਟੋਰੀਆਂ ਜਿਹੜੇ ਆਪਾਂ ਧਿਆਨ ਨਾਲ ਵੇਖਦੇ ਹਾਂ ਕਿ ਕਿਤੇ ਹੋਰ ਸਟੋਰੀ ਜਾ ਕੇ ਕਿ ਪਰਮੇਸ਼ਵਰ 40 ਸਾਲ ਬਾਅਦ ਫਿਰ ਉਹਨੂੰ ਕਹਿੰਦਾ ਪਿਆ ਕਿ ਜਿਹੜੀ ਗਲਤੀ ਦੇ ਪਿੱਛੇ ਨਹੀਂ ਕੀਤੀ ਸੀ, ਗਲਤੀ ਦੇ ਪਿੱਛੇ ਕਰ ਲਈ ਸੀ, ਨਹੀਂ ਕਰਨੀ ਚਾਹੀਦੀ ਸੀ, ਉਹ ਦੁਬਾਰਾ ਕਰੋ। ਕੀ ਕਰੋ? ਚਟਾਨ ਨਾਲ ਗੱਲਬਾਤ ਕਰੋ, ਪ੍ਰੇਅਰ ਕਰੋ, ਤੇ ਫਿਰ ਕੀ ਹੋਊਗਾ? ਤੁਹਾਨੂੰ ਚਟਾਨ ਪਾਣੀ ਦੇਊਗੀ। ਠੀਕ ਹੈ, ਸੋ ਜਿਹੜੀ ਮਤਲਬ ਕਾਫੀ ਲੰਬੀ ਸਟੋਰੀ ਹੈ, ਕਾਫੀ ਲੰਬੀ ਸਟੱਡੀ ਹੈ, ਜਿਹਦੇ ਧਿਆਨ ਨਾਲ ਸਟੱਡੀ ਕਰੋਗੇ। ਪਰ ਪਰਮੇਸ਼ਰ ਕਹਿਣਾ ਕੀ ਚਾਹੁੰਦਾ? ਹੁਣ ਤੇ ਇੱਕ ਚੀਜ਼ ਧਿਆਨ ਨਾਲ ਸੋਚੋ, ਪਰਮੇਸ਼ਰ ਨੇ ਇਹ ਕਿਉਂ ਕਿਹਾ ਕਿ ਲੋਕਾਂ ਦੇ ਸਾਹਮਣੇ ਹੁਣ ਨਿਕਲ ਸੋਟੀ ਲੈ ਕੇ ਤੇ ਚਟਾਨ ਨੂੰ ਮਾਰ? ਇਹ ਕਿਉਂ? ਕੀ ਰੀਜ਼ਨ ਹੋ ਸਕਦਾ? ਸਾਰਾ ਜਵਾਬ ਉਹਦੇ ਵਿੱਚ ਹੈਗਾ, ਉਸੇ ਸਟੋਰੀ 'ਚ, ਜੇ ਤੁਸੀਂ ਧਿਆਨ ਨਾਲ ਪੜ੍ਹੋਗੇ। ਇਸ ਤੋਂ ਪਹਿਲਾਂ ਕਿ ਮੂਸਾ ਸੋਟੀ ਲੈ ਕੇ ਨਿਕਲੇ, ਲੋਕੀ ਮੂਸਾ ਨੂੰ ਕੀ ਕਰਨਾ ਚਾਹੁੰਦੇ? ਪਥਰਾ ਕਰਨਾ ਚਾਹੁੰਦੇ। ਪਰਮੇਸ਼ਰ ਨੇ ਕੀ ਕਿਹਾ? ਸੋਟੀ ਲੈ ਕੇ ਕੀ ਕਰ? ਕਲੀਸਿਆ ਵਿੱਚੋਂ ਨਿਕਲ, ਬਜ਼ੁਰਗਾਂ ਨੂੰ ਇਕੱਠੇ ਕਰ, ਹੋਰੇਬ ਤੇ ਪਰਬਤ ਖੜਾ ਹੋਊਗਾ, ਚਟਾਨ ਨੂੰ ਮਾਰੀ। ਹੁਣ ਇਹਦਾ ਕਾਮਨ ਵੇਖੋ, ਕਾਮਨ ਕੀ ਹੈਗਾ ਦੋਨਾਂ 'ਚ? ਮੂਸਾ ਦਾ ਡਰ ਕੀ ਸੀ? ਮੂਸਾ ਦੀ ਪ੍ਰੋਬਲਮ ਕੀ ਸੀ? ਲੋਕੀ ਕੀ ਕਰਨ ਲੱਗੇ ਸੀ? ਉਹਨੂੰ ਮਾਰਨ ਲੱਗੇ ਸੀ। ਕਾਹਦੇ ਨਾਲ? ਪੱਥਰਾਂ ਨਾਲ। ਪਰਮੇਸ਼ਰ ਨੇ ਕੀ ਕਿਹਾ? ਤੂੰ ਪੱਥਰ ਨੂੰ ਮਾਰ ਦੇ। ਇਸ ਤੋਂ ਪਹਿਲਾਂ ਕਿ ਪੱਥਰ ਤੈਨੂੰ ਮਾਰਨ, ਇੱਕੋ ਤਰੀਕਾ ਹੈ ਤੇਰੇ ਕੋਲ ਬਚਣ ਦਾ, ਕੀ? ਤੂੰ ਮਾਰ ਦੇ ਜਾ ਕੇ ਪੱਥਰ ਨੂੰ, ਤੇਰੀ ਜਾਨ ਫਿਰ ਬਚ ਸਕਦੀ। ਠੀਕ ਹੈ, ਤੇ ਨਿਕਲ ਕੇ ਇਹਨਾਂ ਦੇ ਅੱਗੋਂ, ਲੋਕਾਂ ਦੇ ਅੱਗੋਂ ਨਿਕਲ। ਹੁਣ ਤੇ ਸੋਚਿਆ ਤਾਂ ਮੂਸਾ ਸੋਟੀ ਲੈ ਕੇ ਲੋਕਾਂ ਦੇ ਅੱਗੋਂ ਨਿਕਲਦਾ ਪਿਆ, ਕਿੱਦਾਂ ਲੱਗੂਗਾ? ਠੀਕ ਹੈ,
ਸਟੋਰੀ ਮਤਲਬ ਟੋਟਲੀ ਜਿਹੜੀ ਹੈਗੀ ਚੇਂਜ ਹੈਗੀ। ਤੁਸੀਂ ਵੇਖੋ ਕਿ ਪਰਮੇਸ਼ਰ ਕਹਿਣਾ ਕੀ ਚਾਹੁੰਦੇ ਕਿ ਹਜੇ ਸਾਡੇ ਬਹੁਤ ਸਾਰੇ ਸਵਾਲ ਪੈਂਡਿੰਗ ਹੈਗੇ ਕਿ ਪਰਮੇਸ਼ਰ ਕਿਉਂ ਉੱਥੇ ਕਹਿੰਦੇ ਪਏ ਕਿ ਮੈਂ ਉੱਥੇ ਖੜਾ ਹੋਊਂਗਾ।